हेलो नमस्ते सत श्री अकाल आदाब टू एवरीवन। तो ਆਪਾਂ ਦੇਖੋ ਜੀ ਆਪਣੇ ਪੋਲਿਟੀ ਦੇ ਸੈਸ਼ਨ ਦੇ ਵਿੱਚ ਆਪਾਂ ਕਿੱਥੋਂ ਤੱਕ ਡਿਸਕਸ਼ਨ ਕਰ ਲਈ ਸੀ ਕਨਸਟੀਟਿਊਐਂਟ ਅਸੈਂਬਲੀ ਤੱਕ। ਉਸ ਤੋਂ ਬਾਅਦ ਦੇਖਿਆ ਵੀ ਕਨਸਟੀਟਿਊਐਂਟ ਅਸੈਂਬਲੀ ਨੇ ਕਿਹੜੀਆਂ ਕਮੇਟੀਜ਼ ਬਿਠਾਈਆਂ ਹਨ, ਕਿੰਨਾ ਨੇ ਉਹਨਾਂ ਨੂੰ ਹੈਡ ਕੀਤਾ। ਹੁਣ ਦੇਖੋ ਜਦੋਂ ਕਮੇਟੀਜ਼ ਬਣ ਗਈਆਂ ਕਨਸਟੀਟਿਊਐਂਟ ਅਸੈਂਬਲੀ ਦੀਆਂ, ਤਾਂ ਦੇਖੋ ਕੁਝ ਜਿਹੜੇ ਆਪਣੇ ਫੋਰਨ ਕੰਟਰੀਜ਼ ਦੇ ਪ੍ਰੋਵੀਜ਼ਨਸ ਵੀ ਆਪਾਂ ਆਪਣੀ ਕਨਸਟੀਟਿਊਸ਼ਨ 'ਚ ਐਡ ਕੀਤੇ। ਠੀਕ ਹੈ, ਇਹਨੂੰ ਆਪਾਂ ਕਾਪੀ ਨਹੀਂ ਕਹਿ ਸਕਦੇ, ਇਹਨੂੰ ਆਪਾਂ ਇੰਟੈਲੀਜੈਂਟ ਵਰਕ ਵੀ ਕਹਿ ਸਕਦੇ ਆ। ਫੋਰ ਐਗਜ਼ਾਮਪਲ ਅਮਰੀਕਾ ਹੈ, ਜੇ ਅਮਰੀਕਾ ਦੇ ਕਨਸਟੀਟਿਊਸ਼ਨ 'ਚ ਆਪਾਂ ਨੂੰ ਕੁਝ ਵਧੀਆ ਲੱਗਾ ਤਾਂ ਆਪਾਂ ਨੂੰ ਅਡੋਪਟ ਕੀਤਾ ਇਨ ਇੰਡੀਅਨ ਕਨਸਟੀਟਿਊਸ਼ਨ। ਜੇ ਬ੍ਰਿਟਿਸ਼ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਨੂੰ ਕੁਝ ਵਧੀਆ ਲੱਗਾ ਦੈਨ ਵੀ ਹੈਵ ਅਡੋਪਟਡ ਇਨ ਆਰ ਕਨਸਟੀਟਿਊਸ਼ਨ ਆਲਸੋ। ਕੋਈ ਜਰਮਨੀ ਦੀ ਪ੍ਰੋਵੀਜ਼ਨ ਆਪਾਂ ਨੂੰ ਵਧੀਆ ਲੱਗੀ, ਆਪਾਂ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤੀ। ਤਾਂ ਜਿਹੜੀ ਕਨਸਟੀਟਿਊਐਂਟ ਅਸੈਂਬਲੀ ਬਣੀ ਸੀ ਉਹਨਾਂ ਸਾਰੇ ਮੈਂਬਰਸ ਨੇ ਕੀ ਕੀਤਾ, ਆਪਣੇ ਬਾਕੀ ਜਿਹੜੇ ਸਟੱਡੀ ਕੀਤੇ ਕਨਸਟੀਟਿਊਸ਼ਨ ਬਾਕੀ ਦੂਜੇ ਦੇਸ਼ਾਂ ਦੇ, ਤਾਂ ਜਿੱਥੋਂ ਵੀ ਆਪਾਂ ਨੂੰ ਬੈਸਟ ਪੋਸੀਬਲ ਜਿਹੜਾ ਲੱਗਿਆ, ਬੈਸਟ ਜਿਹੜੀਆਂ ਪ੍ਰੈਕਟਿਸਿਸ ਲੱਗੀਆਂ ਉਹ ਆਪਾਂ ਸਾਰੀਆਂ ਕਿੰਨੇ 'ਚ ਅਡੋਪਟ ਕਰ ਲਈਆਂ ਜੀ, ਆਪਣੇ ਕਨਸਟੀਟਿਊਸ਼ਨ 'ਚ ਅਡੋਪਟ ਕਰ ਲਈਆਂ। ਤਾਂ ਅੱਜ ਦਾ ਆਪਣਾ ਚੈਪਟਰ ਆਪਦਾ ਟੌਪਿਕ ਵੀ ਕੀ ਹੋਏਗਾ ਜੀ, ਸੋਰਸਿਸ ਆਫ ਕਨਸਟੀਟਿਊਸ਼ਨ। ਠੀਕ ਹੈ, ਤਾਂ ਕੀ ਹੈ ਟੌਪਿਕ ਆਪਣਾ, ਸੋਰਸਿਸ ਆਫ ਕਨਸਟੀਟਿਊਸ਼ਨ। ਤਾਂ ਸੋਰਸਿਸ ਆਫ ਕਨਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰਾਂਗੇ ਬ੍ਰਿਟਿਸ਼। ਠੀਕ ਹੈ, ਇੱਥੇ ਆਪਾਂ ਦੇਖਾਂਗੇ ਵੀ ਆਪਾਂ ਇੰਗਲੈਂਡ ਤੋਂ ਕੀ ਲਿਆ। ठीक है, ਕਿਹੜੀ ਪ੍ਰੋਵੀਜ਼ਨ ਆਪਾਂ लेती। ਤਾਂ ਇੱਕ ਚੀਜ਼ ਨੋਟ ਕਰਨਾ, ਪਿਛਲੀ ਵੀਡੀਓ 'ਚ ਨੈਸ਼ਨਲ ਫਲੈਗ ਹੈ ਜਿਹੜਾ ਆਪਾਂ ਅਡੋਪਟਡ ਕੀਤਾ ਸੀ 22 ਜੁਲਾਈ 1947 ਨੂੰ, ਆਪਾਂ 48 ਲਿਖਤਾ ਸੀ ਗਲਤੀ ਨਾਲ। ਠੀਕ ਹੈ, ਐਂਡ ਵਨ ਮੋਰ ਥਿੰਗ, ਜਿਹੜੀ ਡਰਾਫਟਿੰਗ ਕਮੇਟੀ ਦੀ ਮੀਟਿੰਗ ਸੀ ਪਹਿਲੀ ਉਹ 4 ਨਵੰਬਰ ਨੂੰ ਹੋਣੀ ਸੀ, ਆਪਾਂ 1 ਨਵੰਬਰ ਲਿਖਤਾ। ਵੈਸੇ ਤੁਹਾਨੂੰ ਆਈਡੀਆ ਹੀ ਹੋਣਾ ਚਾਹੀਦਾ, ਐਗਜ਼ੈਕਟ ਕੁਐਸਚਨ ਨਹੀਂ ਆ ਸਕਦਾ ਵੀ ਫਸਟ ਮੀਟਿੰਗ ਡਰਾਫਟਿੰਗ ਕਮੇਟੀ ਦੀ ਕਦੋਂ ਹੋਈ ਸੀ, ਮੈਂ ਫਿਰ ਵੀ ਦੱਸਤਾ ਸੀ, ਬਟ ਉਹ ਇੱਕ ਜਗ੍ਹਾ 4 ਦੀ ਜਗ੍ਹਾ 1 ਪੈ ਗਿਆ ਸੀ, ਉਹਨੂੰ ਨੋਟ ਕਰ ਲੈਣਾ। ਠੀਕ ਹੈ, ਤਾਂ ਬ੍ਰਿਟਿਸ਼ ਗਵਰਨਮੈਂਟ ਤੋਂ, ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਆਪਾਂ ਕੀ ਲਿੱਤਾ ਦੇਖਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਲਿੱਤੀ ਜੀ ਸਿੰਗਲ ਸਿਟੀਜ਼ਨਸ਼ਿਪ। ਵਾਟ ਯੂ ਮੀਨ ਬਾय ਸਿੰਗਲ ਸਿਟੀਜ਼ਨਸ਼ਿਪ? ਤਾਂ ਦੇਖੋ ਜੀ ਤੁਸੀਂ ਪੰਜਾਬ ਵਿੱਚ ਰਹਿ ਰਹੇ ਹੋ, ਠੀਕ ਹੈ, ਫੋਰ ਐਗਜ਼ਾਮਪਲ ਕੋਈ ਪਰਸਨ ਪੰਜਾਬ 'ਚ ਰਹਿ ਰਿਹਾ ਐਂਡ ਉਹ ਇੰਡੀਆ ਦਾ ਵੀ ਇਜ਼ ਆਲਸੋ ਇੰਡੀਅਨ। ਠੀਕ ਹੈ, ਤਾਂ ਦੇਖੋ ਜਦੋਂ ਆਪਣੇ ਕੋਲ ਪੰਜਾਬ ਦੇ ਵਿੱਚ ਰਹਿਣ ਦੇ ਨਾਲ ਪੰਜਾਬ ਦੀ ਅਲੱਗ ਸਿਟੀਜ਼ਨਸ਼ਿਪ ਨਹੀਂ ਹੋਣੀ ਚਾਹੀਦੀ, ਪੰਜਾਬ ਦੀ ਅਲੱਗ ਨਾਗਰਿਕਤਾ ਨਹੀਂ ਹੋਣੀ ਚਾਹੀਦੀ, ਸਿਰਫ ਆਪਾਂ ਇੰਡੀਅਨ ਸਿਟੀਜ਼ਨਸ਼ਿਪ ਹੀ ਹੁੰਦੀ ਹੈ, ਡੈਟ ਇਜ਼ ਨੋਨ ਐਜ਼ ਸਿੰਗਲ ਸਿਟੀਜ਼ਨਸ਼ਿਪ। ਰਿਪੀਟ ਕਰਦੇ ਹਾਂ, ਫੋਰ ਐਗਜ਼ਾਮਪਲ ਅਮਰੀਕਾ ਦੇ ਵਿੱਚ ਜੇ ਕੋਈ PR ਹੁੰਦਾ, ਠੀਕ ਹੈ, ਫੋਰ ਐਗਜ਼ਾਮਪਲ ਕੈਲੀਫੋਰਨੀਆ ਦੀ PR ਵੀ ਮਿਲ ਸਕਦੀ ਹੈ ਆਪਾਂ ਨੂੰ ਐਂਡ ਅਮਰੀਕਾ ਦੀ ਵੀ, ਮਤਲਬ ਅਮਰੀਕਾ ਦੇ ਵਿੱਚ ਕੀ ਹੈ ਆਪਣੇ ਕੋਲ ਡਿਊਅਲ ਸਿਟੀਜ਼ਨਸ਼ਿਪ। ਕਿਹੜੀ ਹੈ ਜੀ, ਡਿਊਅਲ ਸਿਟੀਜ਼ਨਸ਼ਿਪ। ਤਾਂ ਆਪਣੇ ਬ੍ਰਿਟਿਸ਼ ਦਾ ਮਾਡਲ ਕੀ ਹੈ, ਸਿੰਗਲ ਸਿਟੀਜ਼ਨਸ਼ਿਪ ਵਾਲਾ, ਤੇ ਆਪਾਂ ਕਿਹੜਾ ਅਡੋਪਟ ਕੀਤਾ, ਸਿੰਗਲ ਸਿਟੀਜ਼ਨਸ਼ਿਪ। ਪੰਜਾਬ ਕੇਰਲਾ ਹਿਮਾਚਲ ਦੇ ਵਿੱਚ ਜੇ ਕੋਈ ਰਹਿ ਰਿਹਾ ਤਾਂ ਉਹ ਸੈਪਰੇਟ ਪੰਜਾਬ ਹਿਮਾਚਲ ਕੇਰਲਾ ਦੀ PR ਨਹੀਂ ਮਿਲੇਗੀ ਉਹਨੂੰ, ਹੀ ਔਰ ਸ਼ੀ ਵਿਲ ਬੀ ਇੰਡੀਅਨ ਓਨਲੀ। ਠੀਕ ਹੈ, ਦਿਸ ਇਜ਼ ਨੋਨ ਐਜ਼ ਸਿੰਗਲ ਸਿਟੀਜ਼ਨਸ਼ਿਪ। ਤਾਂ ਕੁਐਸਚਨ ਤੁਹਾਨੂੰ ਆਏਗਾ ਕਿ ਜਿਹੜੀ ਪ੍ਰੋਵੀਜ਼ਨ ਹੈ ਸਿੰਗਲ ਸਿਟੀਜ਼ਨਸ਼ਿਪ ਦੀ ਆਪਾਂ ਕਿੱਥੋਂ ਅਡੋਪਟ ਕੀਤੀ। ਥੱਲੇ ਆਪਸ਼ਨਸ ਆਉਣਗੇ ਬ੍ਰਿਟਿਸ਼, ਕੈਨੇਡਾ, ਅਮਰੀਕਾ, ਐਂਡ ਤੁਸੀਂ ਆਪਟ ਕਰ ਲੈਣਾ ਬ੍ਰਿਟਿਸ਼। ਵੈਰੀ ਈਜ਼ੀ। ਨੈਕਸਟ ਦੇਖੋ, ਕੈਬਨਿਟ ਸਿਸਟਮ। ठीक है, कैबिनेट सिस्टम का मतलब की है जी, देखो आप देखते हैं ना कैबिनेट मंत्री अपने, ठीक है, मंत्री परिषद जी होंगी है, जोड़े सलाहकार होंगे अपने प्राइम मिनिस्टर के, उस तो बाद CM के भी। ठीक है, तो ये जी प्रोविजन अपने कितों लीती सी आप ब्रिटिश कॉन्स्टिट्यूशन तो, डैट इज़ कैबिनेट सिस्टम। थर्ड वन देखो जी, थर्ड वन जो देख सकते हैं आप, एक तो सिंगल सिटीजनशिप ले ली, एक कैबिनेट सिस्टम ले लिया, एक आप इतों लिता जी पार्लीमेंटरी फॉर्म ऑफ गवर्नमेंट। पार्लीमेंटरी फॉर्म ऑफ गवर्नमेंट। तो पार्लीमेंटरी फॉर्म ऑफ गवर्नमेंट का मतलब कि तुहानूं समझाया सी जी, अपने कोल 2 तरह के गवर्नमेंट सिस्टम होंगे है, एक पार्लीमेंटरी एक प्रेजिडेंशियल। हुण पार्लीमेंटरी दे विच की हुंदा है जी, जिहड़ा अपना प्रेजिडेंट हुंदा है, जिहड़ा अपना प्रेजिडेंट हुंदा वो नोमीनल हैड हुंदा, नोमीनल हैड ते हुंदा, बट जिहड़ा अपना प्रेजिडेंशियल हुंदा वो की हुंदा, उहदे च ਜਿਹੜਾ ਆਪਣਾ ਪ੍ਰੈਜ਼ੀਡੈਂਟ ਉਹ ਰੀਅਲ ਹੈਡ ਹੁੰਦਾ ਹੈ। ਇਹਦੀ ਐਗਜ਼ਾਮਪਲ ਦੇਖਦੇ ਹਾਂ ਜੀ। ਫੋਰ ਐਗਜ਼ਾਮਪਲ ਆਪਣੇ ਘਰੇ ਕੋਈ ਏਜਡ ਬਜ਼ੁਰਗ ਬੰਦੇ ਆ, ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਸਾਰੀ ਸਲਾਹ ਕਰ ਲੈਂਦੇ ਹਾਂ, ਐਂਡ ਤੇ ਮੋਹਰ ਲਵਾਉਣ ਉਹਨਾਂ ਕੋਲ ਚਲ ਜਾਂਦੇ, ਹਾਂਜੀ ਵੀ ਅਸੀਂ ਆਹ ਸਲਾਹ ਕੀਤੀ ਹੈ, ਠੀਕ ਹੈ ਜੀ, ਠੀਕ ਹੈ, ਤਾਂ ਉਹ ਕੀ ਕਰਦੇ ਨੇ, ਆਪਣੇ ਸਾਈਨ ਕਰ ਦਿੰਦੇ ਆ। ਤਾਂ ਡੈਟ ਇਜ਼ ਨੋਨ ਐਜ਼ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ। ਜੇ ਆਪਾਂ ਉਸ ਬਜ਼ੁਰਗ ਪਰਸਨ ਨੂੰ ਇੱਕ ਪ੍ਰੈਜ਼ੀਡੈਂਟ ਨਾਲ ਕੰਪੇਅਰ ਕਰੀਏ ਤੇ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਵਿੱਚ ਪ੍ਰੈਜ਼ੀਡੈਂਟ ਨੇ ਸਾਈਨ ਹੀ ਕਰਨੇ ਆ, ਬਾਕੀ ਸਾਰੀ ਜ਼ਿੰਮੇਵਾਰੀ ਕਿੰਦੀ ਹੋਏਗੀ,
ਪ੍ਰਾਈਮ ਮਿਨਿਸਟਰ ਦੀ ਹੋਏਗੀ। ਇਹਦਾ ਮਤਲਬ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਗਵਰਨਮੈਂਟ ਦਾ, ਉਹਦੇ 'ਚ ਰੀਅਲ ਹੈੱਡ ਕੌਣ ਹੁੰਦਾ ਹੈ? ਪ੍ਰਾਈਮ ਮਿਨਿਸਟਰ। ਨੋਮੀਨਲ ਹੈੱਡ ਕੌਣ ਹੁੰਦਾ ਹੈ? ਪ੍ਰੈਜ਼ੀਡੈਂਟ। ਇਸ ਤੋਂ ਉਲਟ ਇੱਕ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੁੰਦੀ ਹੈ ਜਿਹੜੀ ਕਿ ਅਮਰੀਕਾ ਦੇ ਵਿੱਚ ਚੱਲਦੀ ਹੈ। ਤੁਸੀਂ ਸੁਣਿਆ ਹੋਏਗਾ ਜਿਹੜੀ ਵੀ ਕੋਈ ਮੀਟਿੰਗਸ ਹੁੰਦੀ ਹੈ, ਕਿਤੇ ਜਾਣਾ ਹੁੰਦਾ, ਆਪਾਂ ਇੱਧਰ ਨਰਿੰਦਰ ਮੋਦੀ ਜੀ ਦਾ ਨਾਮ ਸੁਣਦੇ ਹਾਂ, ਉੱਧਰ ਆਪਾਂ ਕਿਹਨਾਂ ਦਾ ਸੁਣਦੇ ਹਾਂ? ਪ੍ਰੈਜ਼ੀਡੈਂਟ ਦਾ। ਠੀਕ ਹੈ ਜੀ, ਅਮਰੀਕਾ ਦੇ ਵਿੱਚ। ਠੀਕ ਹੈ, ਚਾਹੇ ਉਹ ਬਰੈਕ ਓਬਾਮਾ ਹੈ, ਠੀਕ ਹੈ, ਚਾਹੇ ਉਹ ਕੋਈ ਵੀ ਹੈ। क्लियर? तो उधर प्रेजिडेंट का ज़्यादा नाम होता है क्योंकि वो रियल एग्जीक्यूटिव है। ठीक है, इधर अपने रियल एग्जीक्यूटिव कौन है? प्राइम मिनिस्टर। सो दिस पार्लीमेंटरी फॉर्म ऑफ गवर्नमेंट आप कितों अडोप्ट की है जी? ब्रिटिश तो की है। ठीक है, ये 3 प्रोविजनस ब्रिटिश के तुसी याद करने हैं। नैक्सट आप देखते हैं जी नैक्सट एक होर लिख लो, बाई कैमरलिज्म। and रूल ऑफ लॉ। बाई कैमरलिज्म एंड रूल ऑफ लॉ। तो इहदे च देखो बाई कैमरलिज्म का मतलब होंदा है कि लोक सभा एंड राज्य सभा। ठीक है, मतलब जी भी एडमिनिस्ट्रेशन है किसी देश की वो 2 हाउसिस के नाल चले, डैट इज़ नोन एज बाई। बाई का मतलब जिथे भी आ जाए मतलब 2 होंदा है, बाई कैमरलिज्म। हुण तुसीं सुनिया होगा एक विधान सभा, एक सुनिया होगा विधान परिषद। ठीक है, जो पंजाब की गल करिए तो अपने सिर्फ विधान सभा ही है। विधान सभा मतलब लैजिस्लेटिव असैंबली। ठीक है, पर कई यहो जे भी अपने को स्टेट है, फॉर एग्जाम्पल करनाटका, आंध्र प्रदेश, ठीक है, तेलंगाना, जिन्हों की होंगे अपने 2 हाउसिस होंगे, विधान सभा भी होंगी है, विधान परिषद भी होंगी है। तो उन्होंने की कह दें आप बाई कैमरलिज्म। तो जो अपना सेंटर की गल करिए तो लोक सभा भी है तो राज्य सभा भी है, 2 हाउस हो गए ना, तो वह भी की अपना बाई कैमरलिज्म। तो ये बाई कैमरलिज्म की प्रोविजन भी आप कितों अडोप्ट की है जी? ब्रिटिश तो अडोप्ट की है। नैक्सट इज रूल ऑफ लॉ। आर्टिकल 14 जो आप पढ़ांगे उन्हें डिटेल च पढ़ांगे की होंगे। इतने तुसीं फिलहाल याद करना है कि रूल ऑफ लॉ आप कितों लिया? ब्रिटिश तो लिया। थोड़ा जिहा दस देना, रूल ऑफ लॉ का मतलब की है जी? जिहड़ा लॉ है अपना, ठीक है, जिहड़ा कानून है उनके अगे सारे बराबर है। ठीक है, everyone is equal, rich or poor, king or beggar, everyone is equal before law। ठीक है, वो की अपना रूल ऑफ लॉ कितों अडोप्ट किया जी? ब्रिटिश तो। ये 5 पॉइंट जोड़े वेरी इंपॉर्टेंट, तुम डिस्कस कर लो, देख लो। नैक्सट आप देखते हैं जी अमेरिका तो आप की लिता। नैक्सट आप देखेंगे जी अमेरिका तो आप किहड़े प्रोविजन लिते हैं। फर्स्ट प्रोविजन जो आप अमेरिका तो लिता है वेरी इंपॉर्टेंट, दैट इज रिटन कॉन्स्टिट्यूशन। जिहड़ा अमेरिका का कॉन्स्टिट्यूशन है जी रिटन है, तो आप प्रोविजन कितों लीती है? यूएसए तो। जिहड़ा अपना ब्रिटिश है उतों का अनरिटन कॉन्स्टिट्यूशन है। अनरिटन कॉन्स्टिट्यूशन का मतलब क्या होंदा है कि उन्होंने जो सारे लॉ एंड प्रैक्टिसिस उन्होंने कंपाइल नहीं किया होया। ठीक है, तो ये अपना रिटन कॉन्स्टिट्यूशन कितों आ गया? यूएसए। नैक्सट वेरी इंपॉर्टेंट प्रीएम्बल। ठीक है, प्रीएम्बल की है जी? ये प्रस्तावना कहते हैं पंजाबी च। तो प्रीएम्बल जो अपना कॉन्स्टिट्यूशन स्टार्ट होंदा उनका पहला पेज है जो प्रीएम्बल है। तो आप कितों अडोप्ट किया जी? यूएसए तो। यूएसए पहली कंट्री है जिन्हें अपना प्रीएम्बल तैयार किया सी। नैक्सट इंपीचमेंट ऑफ प्रेजिडेंट, वेरी इंपॉर्टेंट। डिटेल च डिस्कस करांगे जो प्रेजिडेंट करांगे। हुण थोड़ा जिहा देखो, इंपीचमेंट ऑफ प्रेजिडेंट मतलब प्रेजिडेंट नूं उहदे अहुदे तो लाउणा।
ਉਹ ਆਪਾਂ ਪ੍ਰੋਵੀਜ਼ਨ ਕਿੱਥੋਂ ਲਿੱਤੀ ਹੈ ਜੀ USA ਤੋਂ ਲਿੱਤੀ ਹੈ ਜਿਸ ਤਰ੍ਹਾਂ ਉੱਥੇ ਪ੍ਰੋਵੀਜ਼ਨ ਚੱਲਦਾ ਉਵੇਂ ਆਪਾਂ ਅਡਾਪਟ ਕਰ ਲਾਂਗੇ ਵੀ ਜਿਹੜਾ ਪ੍ਰੈਜ਼ੀਡੈਂਟ ਹੈ ਜਿਹੜਾ ਟੌਪ ਮੋਸਟ ਆਪਣੇ ਕੋਲ ਨੋਮੀਨਲ ਹੈਡ ਹੈ ਆਪਣੇ ਕੰਟਰੀ ਦਾ ਫਸਟ ਸਿਟੀਜ਼ਨ ਆਫ ਇੰਡੀਆ ਤਾਂ ਉਹਨੂੰ ਵੀ ਰਿਮੂਵ ਕੀਤਾ ਜਾ ਸਕਦਾ ਉਹਦੇ ਆਫਿਸ ਤੋਂ ਥਰੂ ਕਨਸਟੀਟਿਊਸ਼ਨਲ ਪ੍ਰੋਸੈਸ। ਉਹ ਕਨਸਟੀਟਿਊਸ਼ਨਲ ਪ੍ਰੋਸੈਸ ਕਿੱਥੋਂ ਲਿੱਤਾ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ। ਵੈਰੀ ਇੰਪੋਰਟੈਂਟ ਪੁਆਇੰਟ। नेक्स्ट वेरी 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 इंपॉर्टेंट फंडामेंटल राइट्स। देखो जी अज वाले लैक्चर च जेड़ा भी पॉइंट मैं बोर्ड ते लिख रहा तुहाडा क्वेश्चन है नोट रखियो ठीक है। रिटन कॉन्स्टिट्यूशन कित्थों लिता जी क्वेश्चन अमेरिका तो। प्रेएम्बल कित्थों लिता जी अमेरिका तो क्वेश्चन। इंपीचमेंट ऑफ प्रेजिडेंट दा प्रोसैस कित्थों लिता जी अमेरिका तो क्वेश्चन। फंडामेंटल राइट कित्थों लिते जी अमेरिका तो क्वेश्चन। नैक्सट next is judiciary sorry judicial judicial review very important। what do you mean by judicial review? आर्टिकल 13 च डिटेल च करांगे हुण थोड़ा जिहा और भी लेने देखो जी अपने कोल तीन अपनी बॉडीज होंदियां ਲੈਜਿਸਲੇਟਿਵ ਐਗਜ਼ੀਕਿਊਟਿਵ ਐਂਡ ਜੁਡੀਸ਼ਰੀ ਠੀਕ ਹੈ। ਲੈਜਿਸਲੇਟਿਵ ਕੀ ਹੈ ਆਪਣਾ ਲਾਅ ਬਣਾਉਂਦੀ ਹੈ ਦ ਲਾਅ ਮੇਕਿੰਗ ਬੋਡੀ ਇਜ਼ ਨੋਨ ਐਜ਼ ਲੈਜਿਸਲੇਟਿਵ ਬੋਡੀ। ਦੈਨ ਐਗਜ਼ੀਕਿਊਟਿਵ ਬੋਡੀ ਉਸ ਲਾਅ ਨੂੰ ਐਗਜ਼ੀਕਿਊਟ ਕਰਦੀ ਹੈ ਦੈਟ ਇਜ਼ ਐਗਜ਼ੀਕਿਊਟਿਵ ਬੋਡੀ। ਹੁਣ ਇਹਨਾਂ ਦੋਨਾਂ ਨੂੰ ਉੱਪਰ ਨਿਗਾਹ ਰੱਖਦੀ ਹੈ ਵੀ ਸਾਰੇ ਪ੍ਰੋਸੈਸ ਸਹੀ ਤਰੀਕੇ ਨਾਲ ਐਗਜ਼ੀਕਿਊਟ ਹੋ ਰਹੇ ਹੈ ਸਾਰੇ ਪ੍ਰੋਸੈਸ ਲੈਜਿਸਲੇਟਿਵ ਵੇ ਦੇ ਨਾਲ ਸਹੀ ਬਣ ਰਿਹਾ ਕਾਨੂੰਨ ਸਹੀ ਬਣ ਰਿਹਾ ਕੋਈ ਉਹਦੇ ਚ ਵਾਇਲੇਸ਼ਨ ਤਾਂ ਨਹੀਂ ਹੋ ਰਹੀ ਕਿਸੇ ਦੇ ਬੇਸਿਕ ਸਟਰਕਚਰ ਆਫ ਕਨਸਟੀਟਿਊਸ਼ਨ ਦੀ ਜਾਂ ਕਿਸੇ ਦੇ ਫੰਡਾਮੈਂਟਲ ਰਾਈਟ ਦੀ। ਇਹ ਸਾਰਾ ਕੁਝ ਚੈੱਕ ਕਰਦਾ ਜਿਹੜਾ ਜੁਡੀਸ਼ਰੀ ਕੌਣ ਕਰਦਾ ਜੁਡੀਸ਼ਰੀ ਠੀਕ ਹੈ। ਤਾਂ ਜੁਡੀਸ਼ਰੀ ਦੇ ਰਿਵਿਊ ਨੂੰ ਹੀ ਕੀ ਕਹਿ ਦਿੰਦੇ ਆਪਾਂ ਜੁਡੀਸ਼ੀਅਲ ਰਿਵਿਊ। ਮਤਲਬ ਕੀ ਹੈ ਜੋ ਵੀ ਲਾਅ ਬਣਨਗੇ ਜੋ ਵੀ ਐਗਜ਼ੀਕਿਊਟਨ ਹੋਣਗੇ ਉਹ ਸਭ ਉਹਨਾਂ ਦੇ ਉੱਪਰ ਇੱਕ ਕੈਮਰਾ ਲੱਗਾ ਹੋਇਆ। ਕੈਮਰਾ ਕਿਹਦਾ ਲੱਗਾ ਜੀ ਜੁਡੀਸ਼ਰੀ ਦਾ। ਤਾਂ ਉਸ ਜੁਡੀਸ਼ਰੀ ਦਾ ਜਿਹੜਾ ਕੈਮਰਾ ਹੈ ਨਾ ਉਹ ਕੀ ਕਰਦਾ ਹੈ ਜੁਡੀਸ਼ੀਅਲ ਰਿਵਿਊ ਕਰਦਾ ਹੈ। ਇਹ ਜੁਡੀਸ਼ੀਅਲ ਰਿਵਿਊ ਦਾ ਕਨਸੈਪਟ ਆਪਾਂ ਕਿੱਥੋਂ ਲਿੱਤਾ ਜੀ ਅਮਰੀਕਾ ਤੋਂ ਲਿੱਤਾ। ਹੁਣ ਵਾਈ ਦਿਸ ਕਨਸੈਪਟ ਹੈਜ਼ ਬੀਨ ਟੇਕਨ ਫਰੋਮ ਅਮਰੀਕਾ ਇਜ਼ ਅਨਦਰ ਇੰਪੋਰਟੈਂਟ ਡਿਸਕਸ਼ਨ। ਤਾਂ ਦੇਖੋ ਜੀ ਜੇ ਆਪਾਂ ਅਮਰੀਕਾ ਤੋਂ ਕਿਉਂ ਲਿੱਤਾ ਬਿਕੋਜ਼ ਤੁਸੀਂ ਯਾਦ ਰੱਖਣਾ ਹੈ ਵਰਲਡ ਦੀ ਸਭ ਤੋਂ ਸਟਰੋਂਗੈਸਟ ਜੁਡੀਸ਼ਰੀ ਅਗਰ ਕਿਸੇ ਕੰਟਰੀ ਦੀ ਹੈ ਤਾਂ ਔਨ ਦਾ ਆਨਸਰ ਹੈ ਜੀ ਅਮਰੀਕਾ। ਤਾਂ ਅਮਰੀਕਾ ਦੀ ਜੇ ਹੁਣ ਦੇਖੋ ਆਪਣੇ ਹੁਣ ਉਹਨਾਂ ਦਾ ਧਿਆਨ ਦਿਓ ਜਿਹੜੇ ਆਪਣੇ ਕੌਂਸਟੀਟਿਊਟ ਅਸੈਂਬਲੀ 'ਚ ਆਪਣਾ ਕੌਂਸਟੀਟਿਊਸ਼ਨ ਬਣਾ ਰਹੇ ਆ ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਵੀ ਦੇਖਿਆ ਵੀ ਅਮਰੀਕਾ ਦੀ ਜੁਡੀਸ਼ਰੀ ਬਹੁਤ ਸਟਰੋਂਗ ਹੈ ਤਾਂ ਉਹਨਾਂ ਨੇ ਅਮਰੀਕਾ ਦੀ ਜੁਡੀਸ਼ਰੀ 'ਚੋਂ ਪੁਆਇੰਟ ਚੱਕ ਕੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਐਡ ਕਰ ਦਿੱਤੇ। ਡੈਟਸ ਵਾਈ ਆਈ ਟਾਕਡ ਅਬਾਊਟ ਕਿ ਜਦੋਂ ਆਪਣਾ ਕੌਂਸਟੀਟਿਊਟ ਅਸੈਂਬਲੀ ਬਣੀ ਤਾਂ ਸਾਰੇ ਮੈਂਬਰਸ ਨੇ ਸਾਰੀ ਕੰਟਰੀਜ਼ ਦਾ ਕੌਂਸਟੀਟਿਊਸ਼ਨ ਦੀ ਆਪਣੀ ਸਟੱਡੀ ਕੀਤੀ ਦੈਨ ਇੰਪੋਰਟੈਂਟ ਐਸਪੈਕਟਸ ਨੂੰ ਚੱਕਿਆ। ਤਾਂ ਉਹਦੇ 'ਚ ਜਿਹੜੇ ਜੁਡੀਸ਼ਰੀ ਰਿਲੇਟਿਡ ਫੋਰ ਐਗਜ਼ਾਮਪਲ ਤੁਹਾਨੂੰ ਪੇਪਰ 'ਚ ਕੋਈ ਕੁਐਸਚਨ ਆ ਜੇ ਤੇ ਤੁਹਾਨੂੰ ਆਉਂਦਾ ਨਾ ਹੋਵੇ ਤੇ ਜੁਡੀਸ਼ਰੀ ਰਿਲੇਟਿਡ ਹੋਵੇ ਪੁੱਛਿਆ ਹੋਵੇ ਕਿੱਥੋਂ ਲਿਆ ਗਿਆ ਤਾਂ ਤੁਸੀਂ ਤੁੱਕਾ ਵੀ ਲਾ ਸਕਦੇ ਹੋ ਕਿਉਂਕਿ 90% ਜਿਹੜੀਆਂ ਜੁਡੀਸ਼ਰੀ ਦੀਆਂ ਚੀਜ਼ਾਂ ਆਪਾਂ ਕਿੱਥੋਂ ਲਿੱਤੀਆਂ ਜੀ ਅਮਰੀਕਾ ਦੇ ਵਿੱਚੋਂ ਲਿੱਤੀਆਂ ਬਿਕੋਜ਼ ਅਮਰੀਕਾ ਦੀ ਜੁਡੀਸ਼ਰੀ ਬਹੁਤ ਜ਼ਿਆਦਾ ਸਟਰੋਂਗ ਹੈ ठीक है। तो इंग्लैंड की पार्लीमेंट बहुत स्ट्रोंग है तो आप पार्लीमेंटरी सिस्टम कितों ले लिया इंग्लैंड तो ले लिया। मतलब ਜਿਹੜੀਆਂ भी वर्ल्ड बेस्ट प्रैक्टिसेस चल रही सी वो आप अडोप्ट कर लिया किंदे च अपने कॉन्स्टिट्यूशन दे विच ठीक है जी। नैक्सट नैक्सट है जी आयरलैंड। बहुत बार क्वेश्चन आया जी इतों आप लेता है DPSP डायरेक्टिव प्रिंसिपल्स ऑफ स्टेट पॉलिसी। देखो जी हुंदा की है तुहानू जदों DPSP का चैप्टर करांगे डिटेल च उदों दसांगे थोड़ा जिहा ओवरव्यू देते हैं। देखो जी कॉन्स्टिट्यूशन मेकर्स ने दो चीज़ां ऐड करवाइयां अपने कॉन्स्टिट्यूशन दे विच एक फंडामेंटल राइट ते एक DPSP। ये आंदा अपने 4th पार्ट ऑफ कॉन्स्टिट्यूशन च ते 3rd पार्ट च आउंदे अपने फंडामेंटल राइट। तो जदों DPSP ऐड कीते तो DPSP का मतलब की सी भी इहो जे प्रिंसीपल्स जिन्हां नूं तुसीं अडोप्ट करोगे तो तुहाडा वैलफेयर स्टेट बन जाएगा। मतलब की है कि इहदे विच मैं तुहानूं एग्जाम्पल दिना कि DPSP दे विच किवें दे आर्टिकल्स नूं लिखिया गया। फॉर एग्जाम्पल
कि सारिਆਂ ਨੂੰ ਇਕਨੋਮਿਕ ਇਕੁਐਲਿਟੀ ਹੋਣੀ ਚਾਹੀਦੀ ਹੈ, ਮਤਲਬ ਸਾਰਿਆਂ ਦੇ ਪੇ ਜਿਹੜੇ ਪੇ ਹੈ ਜਿੱਥੇ ਵੀ ਜੌਬ ਕਰਦਾ ਕੋਈ EMPLOYE ਉਹ ਪੇ ਉਨੀ ਕੁ ਹੋਣੀ ਚਾਹੀਦੀ ਹੈ ਕਿ ਉਹ ਆਪਦਾ ਜਿਹੜਾ ਕੀ ਹੈ ਲਿਵਲੀਹੁੱਡ ਨੂੰ ਇੰਜੋਏ ਕਰ ਸਕੇ, ਮਤਲਬ ਮਿਨੀਮਮ ਵੇਜਿਸ ਦਾ ਕੰਸੈਪਟ ਇੱਥੋਂ ਆਇਆ। ਇਕੁਅਲ ਪੇ ਫॉर ਇਕੁਅਲ ਵਰਕ ਜਿਹੜਾ ਹੁਣ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗਾ ਸੀਗਾ, ਉਹਦੇ ਵਰਡਿਕਟ ਵੀ ਆਇਆ ਵੀ ਇਕੁਅਲ ਪੇ ਫॉर ਇਕੁਅਲ ਵਰਕ ਮਤਲਬ ਕੀ ਹੈ, ਫॉर एग्जांपल ਪ੍ਰੋਬੇਸ਼ਨ ਦੇ ਵਿੱਚ ਜੇ ਕੋਈ 10,000 ਲੈ ਰਿਹਾ ਤੇ ਉਹਦਾ ਨਾਲ ਦਾ ਸਾਥੀ 50,000 ਲੈ ਰਿਹਾ ਪੱਕਾ ਹੋ ਕੇ, ਤਾਂ ਦਿਸ ਇਜ਼ ਅਨਫੇਅਰ ਬਿਕੋਜ਼ ਕੰਮ ਤਾਂ ਦੋਨੋਂ ਸੇਮ ਕਰ ਰਹੇ। ਤਾਂ ਇਹ ਜਿਹੜੇ ਕੰਸੈਪਟ ਐਵੇਂ ਦੇ ਕਿੰਨੇ 'ਚ ਲਿਖੇ ਹੋਏ ਆ ਜੀ, DPSP 'ਚ ਲਿਖੇ ਹੈ। ਬਟ DPSP ਦਾ ਨੈਗੇਟਿਵ ਪੁਆਇੰਟ ਇਹ ਹੈ ਕਿ DPSP ਜੇ ਆਪਣਾ ਵਾਇਲੇਟ ਹੋ ਰਿਹਾ, ਫॉर एग्जांपल ਪੰਜਾਬ EMPLOYE ਜੇ 10,000 ਲੈ ਰਹੇ ਆ ਪ੍ਰੋਬੇਸ਼ਨ ਦੇ ਵਿੱਚ, ਤਾਂ ਸੁਪਰੀਮ ਕੋਰਟ ਜਾ ਕੇ ਇਹ ਨਹੀਂ ਕਹਿ ਸਕਦੇ ਵੀ ਇਹ ਤਾਂ DPSP 'ਚ ਲਿਖਿਆ ਤੇ ਤੁਸੀਂ ਸਾਨੂੰ ਪ੍ਰੋਵਾਈਡ ਨਹੀਂ ਕਰ ਰਹੇ। ਤਾਂ ਮਤਲਬ ਜਿਹੜੇ DPSP ਆ ਉਹ ਨੋਨ ਜਸਟਿਸੀਏਬਲ ਹੈ, ਨੋਨ ਜਸਟਿਸੀਏਬਲ ਮਤਲਬ ਕੋਈ ਗਵਰਨਮੈਂਟ ਚਾਹੇ ਤਾਂ ਇਹਨਾਂ ਨੂੰ ਇੰਪਲੀਮੈਂਟ ਕਰਵਾ ਸਕਦੀ ਹੈ, ਨਾ ਚਾਹੇ ਤਾਂ ਨਹੀਂ ਕਰਵਾ ਸਕਦੀ। ਬਟ ਜਿਹੜੇ ਫੰਡਾਮੈਂਟਲ ਰਾਈਟ ਹੈ ਨਾ ਜੀ ਉਹ ਆਪਣੇ ਇਨਫੋਰਸੇਬਲ ਹੈ, ਠੀਕ ਹੈ। ਜੇ ਤੁਹਾਡਾ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਿਹਾ ਜਾਂ ਤੁਹਾਡੇ ਰਿਲੇਟਿਵਸ ਦਾ ਕਿਸੇ ਦਾ ਹੋ ਰਿਹਾ ਜਾਂ ਤੁਹਾਡੇ ਸਰਾਊਂਡਿੰਗਸ 'ਚ ਕਿਸੇ ਦਾ ਹੋ ਰਿਹਾ ਤਾਂ ਤੁਸੀਂ ਵੀ ਸੁਪਰੀਮ ਕੋਰਟ ਜਾ ਕੇ ਰਿਟ ਫਾਈਲ ਕਰ ਸਕਦੇ ਹੋ। ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਫਿਰ ਰਿਟ ਫਾਈਲ ਕਰੇਗੀ ਸੁਪਰੀਮ ਕੋਰਟ, ਠੀਕ ਹੈ। ਰਿਟ ਕੀ ਹੁੰਦਾ ਬਾਅਦ 'ਚੋਂ ਦੇਖਾਂਗੇ। ਤਾਂ ਮਤਲਬ ਕੀ ਹੈ ਵੀ ਫੰਡਾਮੈਂਟਲ ਰਾਈਟ ਇਨਫੋਰਸੇਬਲ ਹੈ, DPSP ਇਨਫੋਰਸੇਬਲ ਨਹੀਂ ਗੇ। ਤੇ ਆਪਾਂ ਕਿੱਥੋਂ ਲਿੱਤੇ ਜੀ, ਇਹ ਆਇਰਲੈਂਡ ਤੋਂ ਲਿੱਤੇ ਹੈ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹਦਾ ਇੱਕੋ ਹੀ ਪੁਆਇੰਟ ਇੰਪੋਰਟੈਂਟ ਹੈ, ਠੀਕ ਹੈ। नेक्स्ट है जी रशिया। रशिया तो आप लेते हैं जी फंडामेंटल ड्यूटीज़। जी ਹੁਣ ਤੁਸੀਂ ਸਿਰਫ ਯਾਦ ਹੀ ਕਰ ਲੋਗੇ ਨਾ ਵੀ ਕਿਹੜਾ ਕਿੱਥੋਂ ਲਿੱਤਾ, ਇੰਨਾ ਹੀ ਬਹੁਤ ਹੈ, ਕਿਉਂਕਿ ਇਹਨਾਂ ਨੂੰ ਮੈਂ ਬਹੁਤ ਡਿਟੇਲ 'ਚ ਅੱਗੇ ਤੁਹਾਨੂੰ ਸਟੱਡੀ ਕਰਾਉਣਾ ਹੈ। ਇੱਕ ਇੱਕ ਚੈਪਟਰ ਹੈ, ਫੰਡਾਮੈਂਟਲ ਰਾਈਟ ਦੇ 2 ਚੈਪਟਰ ਕਰਵਾਉਣੇ ਆ, ਫੰਡਾਮੈਂਟਲ ਡਿਊਟੀ ਦਾ 1 ਚੈਪਟਰ ਹੈ, DPSP ਦਾ 1 ਚੈਪਟਰ, ਉਦੋਂ ਤੁਹਾਨੂੰ ਫੁੱਲ ਅੰਡਰਸਟੈਂਡਿੰਗ ਹੋ ਜਾਏਗੀ। ਹਜੇ ਤੁਸੀਂ ਸਿਰਫ ਯਾਦ ਰੱਖਣਾ ਹੈ ਜੀ ਕਿ ਫੰਡਾਮੈਂਟਲ ਡਿਊਟੀਜ਼ ਕਿੱਥੋਂ ਲਿੱਤੀਆਂ, ਰਸ਼ੀਆ ਤੋਂ। ਮਾੜਾ ਜਿਹਾ ਜ਼ਰੂਰ ਦੱਸਾਂਗੇ ਕਿਉਂਕਿ ਐਵੇਂ ਮਜ਼ਾ ਨਹੀਂ ਆਉਂਦਾ ਕਰਵਾਉਣ ਦਾ, ਰੱਟਾ ਲਵਾਉਣ ਦਾ। ਫੰਡਾਮੈਂਟਲ ਡਿਊਟੀ ਕੀ ਹੁੰਦੀ ਹੈ ਜੀ, ਦੇਖੋ ਆਪਣੇ ਕੋਲ ਸਵਰਨ ਸਿੰਘ ਕਮੇਟੀ ਬੈਠੀ ਸੀਗੀ ਆਪਣੇ ਕੋਲ, ਉਹਨਾਂ ਨੇ ਰეკਮੈਂਡ ਕੀਤਾ ਵੀ ਜੇ ਫੰਡਾਮੈਂਟਲ ਰਾਈਟ ਹੈਗੇ ਆ ਜਿੱਥੇ, ਤਾਂ ਫੰਡਾਮੈਂਟਲ ਡਿਊਟੀਜ਼ ਵੀ ਹੋਣੀਆਂ ਚਾਹੀਦੀਆਂ। ਫੋਰ ਐਗਜ਼ਾਮਪਲ ਜੀ ਤੁਸੀਂ ਤੁਹਾਡਾ ਬਰਥਡੇ ਚੱਲ ਰਿਹਾ, ਤੁਸੀਂ ਆਪਦੇ ਬਰਥਡੇ 'ਤੇ ਕੀ ਕਰ ਰਹੇ ਹੋ, ਇੰਜੋਏ ਕਰ ਰਹੇ ਹੋ, DJ ਫੁੱਲ ਛੱਡਿਆ ਹੋਇਆ, ਠੀਕ ਹੈ, ਜਾਂ ਤੁਸੀਂ ਹੋਸਟਲ ਰੂਮ ਦੇ ਵਿੱਚ ਹੋ ਤਾਂ ਪੂਰਾ DJ ਚਲਾਇਆ ਹੈ, ਨਾਲ ਦਾ ਰੂਮ ਦਾ ਬੱਚਾ ਪੜ੍ਹ ਰਿਹਾ, ਤਾਂ ਇੱਥੇ ਮਤਲਬ ਕੀ ਹੈ, ਜੇ ਤੁਹਾਡਾ ਰਾਈਟ ਹੈ ਇੰਜੋਏ ਕਰਨ ਦਾ, ਤੁਹਾਡੀ ਡਿਊਟੀ ਵੀ ਹੈ ਕਿ ਨਾਲ ਦੇ ਬੱਚਿਆਂ ਨੂੰ ਤੰਗ ਨਾ ਕੀਤਾ ਜਾਵੇ। ਤਾਂ ਦਿਸ ਇਜ਼ ਵਟ ਸਵਰਨ ਸਿੰਘ ਕਮੇਟੀ ਸੈਡ ਕਿ ਜੇ ਆਪਣੇ ਕਨਸਟੀਟਿਊਸ਼ਨ 'ਚ ਫੰਡਾਮੈਂਟਲ ਰਾਈਟ ਹੈ ਤਾਂ ਫੰਡਾਮੈਂਟਲ ਡਿਊਟੀਜ਼ ਵੀ ਹੋਣੀਆਂ ਚਾਹੀਦੀਆਂ। ਦਿਸ ਵਾਜ਼ ਸਿੰਪਲੀ ਪੁੱਟ ਬਾਏ ਸਵਰਨ ਸਿੰਘ। ਤੇ ਫੰਡਾਮੈਂਟਲ ਡਿਊਟੀਜ਼ ਆਪਣੀ ਐਡ ਕੀਤੀਆਂ ਗਈਆਂ ਸੀ 42ਵੀਂ ਅਮੈਂਡਮੈਂਟ ਦੇ ਨਾਲ 1976 ਦੇ ਵਿੱਚ। ਇਹ ਚੀਜ਼ਾਂ ਨਾ ਲਿਖੇ ਹੋ ਜੇ, ਆਪਾਂ ਡਿਟੇਲ 'ਚ ਕਰਾਂਗੇ। ਇੱਥੇ ਯਾਦ ਕੀ ਕਰਨਾ ਹੈ, ਫੰਡਾਮੈਂਟਲ ਡਿਊਟੀਜ਼ ਕਿੱਥੋਂ ਲਿੱਤੀਆਂ, ਰਸ਼ੀਆ ਤੋਂ ਲਿੱਤੀਆਂ, ਠੀਕ ਹੈ। ਨੈਕਸਟ ਜਰਮਨੀ। ਜਰਮਨੀ ਤੋਂ ਆਪਾਂ ਕੀ ਲਿੱਤਾ ਜੀ, ਕਿਹੜੀ ਪ੍ਰੋਵੀਜ਼ਨ ਲਿੱਤੀ, ਸਸਪੈਂਸ਼ਨ ਆਫ ਫੰਡਾਮੈਂਟਲ ਰਾਈਟਸ ਡਿਊਰਿੰਗ ਐਮਰਜੈਂਸੀ। ਦੇਖੋ ਜੀ ਜਦੋਂ ਐਮਰਜੈਂਸੀ ਚੱਲ ਰਹੀ ਹੈ, ਠੀਕ ਹੈ, ਜਦੋਂ ਐਮਰਜੈਂਸੀ ਚੱਲ ਰਹੀ ਹੈ ਉਦੋਂ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਹੈ, ਤੁਹਾਨੂੰ ਦੱਸਿਆ ਜੀ ਜੇ ਤੁਹਾਡਾ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਿਹਾ ਤੁਸੀਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹੋ। ਬਟ ਜੇ ਉਸ ਟਾਈਮ ਤੇ ਐਮਰਜੈਂਸੀ ਚੱਲ ਰਹੀ ਹੈ ਤੁਸੀਂ ਸੁਪਰੀਮ ਕੋਰਟ ਨਹੀਂ ਜਾ ਸਕਦੇ। ਇਹ ਪ੍ਰੋਵੀਜ਼ਨ ਆਪਾਂ ਕਿੱਥੋਂ ਲਿੱਤੀ ਜੀ, ਜਰਮਨੀ ਤੋਂ ਲਿੱਤੀ, ਠੀਕ ਹੈ, ਨੋਟ ਕਰ ਲਓ। ਨੈਕਸਟ ਆਪਣੇ ਕੋਲ ਇੱਕ ਆਪਾਂ ਕੀਤਾ ਸੀ ਨਾ ਗਵਰਨਮੈਂਟ ਆਫ ਇੰਡੀਆ ਐਕਟ 1935, ਤਾਂ ਆਪਾਂ ਉੱਥੋਂ ਵੀ ਕਈ ਚੀਜ਼ਾਂ ਲਿੱਤੀਆਂ ਆਪਣੇ ਕਨਸਟੀਟਿਊਸ਼ਨ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਉਹਦੇ 'ਚੋਂ ਆਪਾਂ ਲਿੱਤਾ ਫੈਡਰਲ ਸਕੀਮ, ਠੀਕ ਹੈ। ਸੈਕਿੰਡ ਆਪਾਂ ਲਿੱਤਾ ਗਵਰਨਰ, ऑफिस ऑफ गवर्नर। थर्ड आप लिखा जी एमरजेंसी प्रोविजन, ठीक है।
गवर्नमेंट ऑफ इंडिया एक्ट तो आप तीन चीज़ा लितियां, फैडरल स्कीम, ऑफिस ऑफ गवर्नर, एमरजेंसी प्रोविजन, एक होर लिख सकते हो पब्लिक सर्विस कमीशन। ठीक है जी। फैडरल स्कीम मतलब फैडरेशन, फैडरेशन तुहानूं दस्सिया सीगा जी डिवीजन ऑफ पावर। ठीक है, मतलब की है अपने हुण यूनीयन लिस्ट है, एक अपने को स्टेट लिस्ट है, कॉन्करेंट लिस्ट है। यूनीयन लिस्ट दे विच की है जिहड़े सबजैक्ट आउंदे आ उन्होंने कौन डील करेगा, सेंटर डील करेगा। स्टेट विच जिहड़े सबजैक्ट आउंदे उन्होंने कौन डील करेगा, स्टेट डील करेगा। कॉन्करेंट जिहड़े सबजैक्ट आउंदे उन्होंने कौन डील करेगा, उन्होंने कौन डील करेगा, स्टेट एंड सेंटर। तो आप देखते हैं जी जो सेंटर फॉर एग्जाम्पल आर्मी है, आर्मी किसी पंजाब की तो नहीं आर्मी होंगी, आर्मी कितनी होंगी है जी सेंटर की। जो आर्मी है वो कि सबजैक्ट के है अपने को यूनीयन लिस्ट के है, तां करके सिर्फ सेंटर ही उन्होंने कंट्रोल करती है, आर्मी सेंटर की होंगी है। ठीक है, तो ये सीगा अपना यूनीयन लिस्ट। स्टेट लिस्ट के फॉर एग्जाम्पल अपने को वाटर डिस्प्यूट है। ठीक है, मतलब शेयरिंग ऑफ वाटर वगैरह कुछ भी वाटर के सबजैक्ट है वो कितने आ जाते स्टेट। कॉन्करेंट लिस्ट की एग्जाम्पल की आ जाती है जी एजुकेशन, एजुकेशन तो अपना सेंटर भी लो बना सकता, स्टेट भी बना सकता। दिस इज़ वट फैडरल स्कीम कितों लेती 1935 के गवर्नमेंट ऑफ इंडिया एक्ट तो। नैक्सट ऑफिस ऑफ गवर्नर कि एक गवर्नर भी होना चाहिए हर एक स्टेट का, कितों लिता जी गवर्नमेंट ऑफ इंडिया एक्ट 1935। एमरजेंसी प्रोविजन कि इत्थे जो प्रेजिडेंट है वो जो हालात सही ना हो, ठीक है, ड्यू टू एक्सटर्नल एग्रेशन, ठीक है, तो अपने को की अपने को एमरजेंसी लगाई जा सकती है, कितों लिता जी प्रोविजन गवर्नमेंट ऑफ इंडिया एक्ट 1935। नैक्सट पब्लिक सर्विस कमीशन कि हर एक स्टेट की या जॉइंट पब्लिक सर्विस कमीशन होनी चाहिए है जो कि अपने टेस्ट कंडक्ट करे। ठीक है, फॉर एग्जाम्पल आप PCS का टेस्ट PPSC अपने, ठीक है, पंजाब पब्लिक सर्विस कमीशन तो सारे टेस्ट कंडक्ट करती है PPSC। ठीक है, तो वो की है कितों आप कितों लिता UPSC फॉर एग्जाम्पल तो कितों लिता गवर्नमेंट ऑफ इंडिया एक्ट 1935। ठीक है, तो ये चीज़ा याद करने वाली हैं। नैक्सट देखो ठीक है जी। नैक्सट है अपने को फ्रांस। ठीक है, ठीक है। आइडियाज़ ऑफ जस्टिस एंड लिबर्टी आप देखा प्रैम्बल के आप वर्ड आउणगे इदा के जस्टिस तो लिबर्टी। ठीक है, तो इदा के प्रोविजन आप कितों लिते, फ्रांस लिते। इनके पिछे भी एक स्टोरी है जी, उदों फ्रेंच रेवोल्यूशन जो होया सीगा उहदे चों एक कंसैप्ट निकल के बाहर आए थे अपने जस्टिस के, लिबर्टी के, इक्वैलिटी के। ठीक है, तो आप कितों किते फ्रेंच तो। सीधा आंसर च भी आ सकता फ्रेंच रेवोल्यूशन, तो फ्रेंच रेवोल्यूशन एक्चुअल कितने होया सी, फ्रांस से ही होया सी। ठीक है, तो ये अपने इंपॉर्टेंट प्रोविजन। देखो जी कुछ ये इंपॉर्टेंट वंस, कुछ अपने को की है आप याद सारे करांगे बट क्वेश्चन इन्हों ही बनता है। तो इस लैक्चर के जोड़े सोर्सिस ऑफ कॉन्स्टिट्यूशन की एक PDF तुहानूं मैं अपने इस लैक्चर के नीचे है, तो तुसीं PDF डाउनलोड करके वो सारे याद जरूर कर लियो, आउणगे आही क्योंकि इंपॉर्टेंट यही है। ठीक है जी, तो नैक्सट आप देखा हुण प्रीएम्बल। We the people of India having solemnly resolved to constitute India into sovereign, socialist, secular,
democratic and republic and secure its citizen justice, equality, liberty, fraternity. And last line ch कहंदा है on this 26th November 1949 we hereby adopted and give ourselves to this constitution। ਤਾਂ ਇਹਦਾ ਮਤਲਬ ਕੀ ਹੈ ਦੇਖੋ ਜੀ। ਸੋ ਸਭ ਤੋਂ ਪਹਿਲਾਂ ਜੀ ਪ੍ਰੀਐਂਬਲ ਪ੍ਰਸਤਾਵਨਾ ਕੀ ਹੁੰਦੀ ਆ। ਤਾਂ ਪ੍ਰਸਤਾਵਨਾ ਕੀ ਹੁੰਦੀ ਹੈ ਜੀ, ਤੁਸੀਂ ਕੋਈ ਬੁੱਕ ਲੈਂਦੇ ਹੋ ਤਾਂ ਉਹਦਾ ਜਿਹੜਾ ਫਸਟ ਪੇਜ ਹੁੰਦਾ ਡੈਟ ਇਜ਼ ਇੰਡੈਕਸ, ਠੀਕ ਹੈ। ਤਾਂ ਉਹ ਆਪਣੇ ਕੌਨਸਟੀਟਿਊਸ਼ਨ ਦਾ ਵੀ ਫਸਟ ਪੇਜ ਹੈ ਜਿਹੜਾ ਉਹ ਪ੍ਰੀਐਂਬਲ ਹੈ ਕਿ ਆਪਣੀ ਪ੍ਰਸਤਾਵਨਾ ਹੈ, ਠੀਕ ਹੈ। ਤਾਂ ਉਹਦੇ 'ਚ ਜਿਹੜਾ ਆਪਣੇ ਪ੍ਰਸਤਾਵਨਾ ਪਹਿਲਾ ਜਿਹੜਾ ਹੈ ਨਾ ਪੇਜ, ਉਹ ਇਹ ਦੱਸਦਾ ਹੈ ਵੀ ਜਿਹੜੇ ਆਪਣੇ ਕੌਨਸਟੀਟਿਊਸ਼ਨਲ ਮੇਕਰ ਸੀਗੇ ਉਹਨਾਂ ਦੀ ਆਈਡੀਓਲੋਜੀ ਕੀ ਸੀ, ਉਹਨਾਂ ਦੀ ਆਈਡੀਓਲੋਜੀ ਕੀ ਸੀ ਸਾਰੇ ਕੌਨਸਟੀਟਿਊਸ਼ਨ ਨੂੰ ਬਣਾਉਣ ਦੇ ਲਈ। ਮਤਲਬ ਉਹ ਕਿਵੇਂ ਦਾ ਇੰਡੀਆ ਚਾਹੁੰਦੇ ਸੀ ਤੇ ਉਹਨਾਂ ਦੇ ਸਿਟੀਜ਼ਨਸ ਨੂੰ ਕੀ ਦੇਣਾ ਚਾਹੁੰਦੇ ਸੀ ਕੌਨਸਟੀਟਿਊਸ਼ਨ ਦੇ ਵਿੱਚ, ਠੀਕ ਹੈ। ਤਾਂ ਫਸਟ ਉਹ ਕਹਿੰਦਾ ਵੀ ਦੀ ਪੀਪਲ ਆਫ ਇੰਡੀਆ ਹੈਵਿੰਗ ਸੋਲਮਲੀ ਰਿਜ਼ੋਲਵਡ ਟੂ ਕੌਨਸਟੀਟਿਊਟ ਇੰਡੀਆ। ਉਹ ਕਹਿੰਦਾ ਵੀ ਅਸੀਂ ਆਪ ਕੌਨਸਟੀਟਿਊਸ਼ਨ ਬਣਾਇਆ ਕਿੰਦੇ ਮਤਲਬ ਇੰਡੀਆ ਨੂੰ ਕੀ ਬਣਾਇਆ ਜਾਏਗਾ ਇਹਦੇ 'ਚ, ਮਤਲਬ ਇੰਡੀਆ ਅਸੀਂ ਕਿਵੇਂ ਦਾ ਇੰਡੀਆ ਚਾਹੁੰਦੇ ਹਾਂ, ਡੈਟ ਇਜ਼ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਐਂਡ ਰਿਪਬਲਿਕ। ਤਾਂ ਸਾਰਿਆਂ ਦੇ ਮਤਲਬ ਪਤਾ ਹੋਣੇ ਚਾਹੀਦੇ। ਜੇ ਪੋਲਿਟੀ ਨੂੰ ਦਿਲੋਂ ਕਰਨਾ, ਜੇ ਪੋਲਿਟੀ ਵਿਖਣ ਲੱਗ ਆਪਾਂ ਕਿਹਾ ਸੀ ਨਾ ਪੋਲਿਟੀ ਵਿਖਣ ਲੱਗ ਜੂਗੀ ਤਾਂ ਵਿਖਣ ਉਦੋਂ ਹੀ ਲੱਗੂਗੀ ਜਦੋਂ ਤੁਹਾਨੂੰ ਮੀਨਿੰਗ ਪਤਾ ਹੋਣਗੇ ਵਾਟ ਇਜ਼ ਸੋਵਰਨ। ਦੇਖੋ ਜੀ ਸੋਵਰਨਿਟੀ ਦਾ ਮਤਲਬ ਹੁੰਦਾ ਇੰਡੀਪੈਂਡੈਂਸ, ਵੀ ਫॉर एग्जांपल कि कोई एक्सटर्नल प्रेशर नहीं गा, ठीक है, यू आर फ्री टू टेक योर ओन डिसीजन, दैन यू आर सोवरन, ठीक है। मतलब की है अपना फॉर एग्जांपल अपना पाकिस्तान के नाल कोई वो चल रहा, ठीक है, झगड़ा चल रहा तो कि दूसरी कंट्री आके अपन ये नहीं कह सकती कि यू शुड डू दिस, यू शुड डू दीज थिंग्स लाइक दिस, ठीक है। आप सोवरन आ इन टर्म्स ऑफ डिसीजन, इन टर्म्स ऑफ एवरीथिंग, इंटरनल सोवरन भी, एक्सटर्नल सोवरन भी, ठीक है। तो मतलब की है तो इंडिया की अपनी कॉन्स्टिट्यूशन च की प्रोवाइड किया गया कि इंडिया को सोवरन स्टेटस। नैक्सट जी सोशलिस्ट। सोशलिस्ट का मतलब की है जी कि एक वैलफेयर स्टेट, वैलफेयर स्टेट कितों पता लगता है जी जी अपन स्कीम्स निकलती हैं, ठीक है। स्कीम्स किन्ना वास्ते, फॉर द डाउन ट्रोडन, फॉर द वुमेन, फॉर चिल्ड्रन, ठीक है, एंड फॉर ओल्ड एज पीपल, ठीक है, सारे लिए जी फॉर शेड्यूल्ड कास्ट, फॉर माइनॉरिटीज़। तो ये जी स्कीम अपनी निकलती हैं। इट सिग्नीफाइज डैट आर जोड़ा अपना डेवलपमेंट मॉडल कि है जी सोशलिस्ट मॉडल है। नैक्सट इज सैक्यूलर, वेरी इंपॉर्टेंट वर्ड, वी शुड गिव 2 to 3 minutes फॉर डिस्कशन रिगार्डिंग दिस सैक्यूलर। देखो सैक्यूलर की एक अलग जी डेफिनेशन है मेरे अकॉर्डिंग। जोड़ा सैक्यूलरिज्म है वो की है एक्चुअल सैक्यूलरिज्म की होंगे कि स्टेट का आपदा कोई धर्म ना हो तो सारे धर्मों की है इक्वल प्रोटैक्शन मिले, मतलब सारे धर्मों की है जगह मिले उस सोसाइटी दे विच। मतलब कोई एक प्रैफर्ड अपना धर्म नहीं होना चाहिए, सारे धर्म ही आके रह सकते हैं तो किसी भी धर्म के नाल कोई पक्षपात नहीं होना चाहिए। दिस इज़ डेफिनेशन ऑफ सैक्यूलरिज्म। वट आई अंडरस्टैंड बाय दिस वर्ड सैक्यूलरिज्म, तो मतलब ये है जी देखो WhatsApp सारे दे चलता है ना, तो WhatsApp चलता है तो आप लोग भी ला के रखते हैं ऑफकोर्स, ठीक है, लोग ला के रखते हैं तो कोई गवर्नमेंट या कोई भी परसन अपन आगे ये नहीं कह सकता कि जस्ट मैनू दसो भी तुसी लोग दसो मैं तुहाडा सारा प्रोसैस देखना चाहुंदा तुसी किहदे नाल गल करदे हो की नहीं, तो आपां उहनूं अपना लोक नहीं दे सकते बिकॉज दिस इज़ आर प्राइवेट अफेयर। की है जी प्राइवेट अफेयर। सेम थिंग शुड बी एप्लीकेबल टू सैक्यूलरिज्म दैट इज़ गिवन अंडर दी अपना प्रेम्बल। तो जिहड़ा सैक्यूलर है उनका मतलब ये है कि सैक्यूलरिज्म कोई धर्म है जिहड़ा वो की है वो तुहाडा प्राइवेट अफेयर है, ठीक है। धर्म की है जी तुहाडा प्राइवेट अफेयर है। कोई भी गवर्नमेंट तुहाडे प्राइवेट अफेयर दे विच जे आउंदी है तो इहदा मतलब उस कंट्री का सैक्यूलर करैक्टर की है खत्म, ठीक है। मतलब सैक्यूलरिज्म की है एक अज गवर्नमेंट है तो आ अपना धर्म है। जिहड़ा सैक्यूलरिज्म ये कहता है भी धर्म दे विच कदी गवर्नमेंट या स्टेट नहीं होना चाहिए, ये तुहाडा की है प्राइवेट अफेयर, ठीक है। नैक्सट देखो जी डेमोक्रेटिक। डेमोक्रेटिक का मतलब होंदा है जिथे आपां अपने कोल गवर्नमेंट फॉर द पीपल बाय द पीपल, मतलब की है अपने लिए ही गवर्नमेंट चलती है तो आपां ही जिहड़े आपां गवर्नमेंट की है बनाउने हैं, ठीक है, थ्रू अडल्ट सफरेज मतलब कि वोटिंग। नैक्सट है जी रिपब्लिक। रिपब्लिक का मतलब की होंदा है जी रिपब्लिक जिहड़ा हैड होंदा कंट्री का जे वो
ਲੋਕਾਂ ਦੁਆਰਾ ਚੁਣਿਆ ਜਾਵੇ ਉਸ ਕੰਟਰੀ ਨੂੰ ਕੀ ਕਹਿ ਦਿੰਦੇ ਆ, ਰਿਪਬਲਿਕ। ਤੇ ਜੇ ਉਹ ਰਾਜਾ ਹੋਵੇ ਜਾਂ ਠੀਕ ਹੈ ਰਾਜਾ ਹੋਵੇ ਮਤਲਬ ਰਾਣੀ, ਜਾਂ ਫੋਰ ਐਗਜ਼ਾਮਪਲ ਬ੍ਰਿਟਿਸ਼ ਉਹਦੇ ਵਿੱਚ ਗਵਰਨਮੈਂਟ ਦੇ ਵਿੱਚ ਕੀ ਹੈ ਕੁਈਨ ਐਲਿਜ਼ਾਬੈਥ ਟਾਈਟਲ ਹੈ ਉਹਨਾਂ ਦਾ, ਠੀਕ ਹੈ, ਤਾਂ ਉੱਥੇ ਮੋਨਾਰਕ ਹੁੰਦਾ। ਤਾਂ ਇਹਦਾ ਜਿਹੜਾ ਉਲਟ ਹੋ ਜਾਂਦਾ ਐਨੋਨਿਮਸ, ਇਹਦਾ ਐਂਟੋਨਿਮਸ ਕੀ ਹੋਏਗਾ ਰਿਪਬਲਿਕ ਦਾ, ਅਨਾਰਕੀ ਜਾਂ ਕੀ ਹੈ ਮੋਨਾਰਕੀ। ਮਤਲਬ ਕਿ ਜੇ ਕਿੰਗ ਰੂਲ ਕਰਦਾ ਤਾਂ ਮੋਨਾਰਕ, ਜੇ ਉਹਦਾ ਜਿਹੜਾ ਕੰਟਰੀ ਦਾ ਹੈਡ ਹੈ, ਫੋਰ ਐਗਜ਼ਾਮਪਲ ਆਰ ਕੰਟਰੀ ਹੈਡ ਇਜ਼ ਪ੍ਰੈਜ਼ੀਡੈਂਟ, ਜੇ ਪ੍ਰੈਜ਼ੀਡੈਂਟ ਆਪਾਂ ਹੀ ਇਲੈਕਟ ਕਰਦੇ ਹਾਂ, ਠੀਕ ਹੈ, ਤਾਂ ਇਹਦਾ ਮਤਲਬ ਆ ਕੰਟਰੀ ਇਜ਼ ਰਿਪਬਲਿਕ। ठीक है, तो सारे टर्म्स क्लियर हो गए। सॉवरन मतलब इंडिपेंडेंट, सोशलिस्ट मतलब वेलफेयर स्टेट, सेकुलर मतलब स्टेट हैज़ नो रिलीजन, इक्वल प्रोटेक्शन फॉर ऑल रिलीजन, एनीवन कैन कम एंड रिजाइड इन इंडिया इररिस्पेक्टिव ऑफ हिज और हर रिलीजन। डेमोक्रेटिक मतलब गवर्नमेंट फॉर द पीपल एंड बाय द पीपल, एंड रिपब्लिक मीन्स दैट आर हेड इज इलेक्टेड बाय द पीपल। ओके, नैक्सट सिक्योर इट्स सिटीजन मतलब आ जो क्वालिटीज़ हो गई ये हो गई इंडिया दियाँ। ਹੁਣ ਆ ਕੀ ਹੈ ਜਸਟਿਸ, ਇਕੁਐਲਿਟੀ, ਲਿਬਰਟੀ ਤੇ ਫਰੈਟਰਨਿਟੀ, ਇਹ ਕੀ ਹੈ ਲੋਕਾਂ ਨੂੰ ਦਿੱਤਾ ਜਾਏਗਾ। ਇਹ ਕੀ ਹੈ ਇਹਨਾਂ ਦੇ ਨਾਗਰਿਕਾਂ ਨੂੰ ਜਸਟਿਸ ਵੀ ਦਿੱਤਾ ਜਾਏਗਾ, ਇਕਨੋਮਿਕ, ਸੋਸ਼ਲ ਤੇ ਪੋਲੀਟੀਕਲ ਇਕੁਐਲਿਟੀ ਵੀ ਦਿੱਤੀ ਜਾਏਗੀ, ਆਫ ਸਟੇਟਸ ਐਂਡ ਓਪਰਚੁਨਿਟੀ, ਲਿਬਰਟੀ ਵੀ ਦਿੱਤੀ ਜਾਏਗੀ, ਥੋਟ ਦੀ ਐਕਸਪ੍ਰੈਸ਼ਨ ਦੀ, ਫੇਥ ਦੀ, ਵਰਸ਼ਿਪ ਦੀ, ਐਂਡ ਫਰੈਟਰਨਿਟੀ ਵੀ ਦਿੱਤੀ ਜਾਏਗੀ ਕਿ ਸਾਰਿਆਂ 'ਚ ਇੱਕ ਭਾਈਚਾਰਾ ਬਣਿਆ ਰਹੇ। ਫਰੈਟਰਨਿਟੀ ਦਾ ਮਤਲਬ ਕੀ ਹੁੰਦਾ ਭਾਈਚਾਰਾ। ਤਾਂ ਇੱਥੇ ਲਾਸਟ ਲਾਈਨ 'ਚ ਪ੍ਰੇਮਬਲ 'ਚ ਲਿਖਿਆ ਹੈ ਕਿ ਔਨ ਦਿਸ 26 ਨਵੰਬਰ 1949 ਵੀ ਹੇਅਰ ਬਾਈ ਅਡੋਪਟਡ ਐਂਡ ਗਿਵ ਆਵਰਸੈਲਵਸ ਟੂ ਆਰ ਕਨਸਟੀਟਿਊਸ਼ਨ, ਤੇ ਅਸੀਂ ਆਪ ਹੀ ਬਣਾਇਆ ਤੇ ਅਸੀਂ ਆਪਣੇ ਆਪ ਦੇ ਲਈ ਹੀ ਬਣਾਇਆ। ਇਹ ਸੀਗਾ ਆਪਣਾ ਕਨਸਟੀਟਿਊਸ਼ਨ। ਹੁਣ ਇਹਦੇ ਬੇਸ ਕੁਐਸਚਨ ਕੀ ਹੋਣੇ ਉਹ ਦੇਖੋ। ਇਹ ਤਾਂ ਸੀਗੀ ਆਪਣੀ ਜਨਰਲ ਅੰਡਰਸਟੈਂਡਿੰਗ, ਇਹਦੇ 'ਚ ਕੁਐਸਚਨ ਨਹੀਂ ਬਣਨਾ ਕੋਈ ਵੀ, ਇਹ ਤਾਂ ਸਿਰਫ ਤੁਹਾਨੂੰ ਤੁਹਾਡੀ ਪੋਲਿਟੀ ਦੀ ਸਮਝ ਵਧਾਉਣ ਦੇ ਲਈ ਇਹ ਆਪਾਂ ਲਿਖਿਆ ਸੀਗਾ। ਕੁਐਸਚਨ ਕੀ ਬਣਨਗੇ 5-6 ਕੁਐਸਚਨ ਹੈ ਜੀ, ਉਹ ਸਾਰੇ ਯਾਦ ਕਰਾ ਲੈਣੇ ਆਪਾਂ। ਫਸਟ ਆਫ ਆਲ ਆਪਾਂ ਪ੍ਰੇਮਬਲ ਕਿੱਥੋਂ ਅਡੋਪਟ ਕੀਤਾ, USA ਤੋਂ, ਠੀਕ ਹੈ, ਅਡੋਪਟ ਕੀਤਾ, ਠੀਕ ਹੈ, USA ਤੋਂ ਅਡੋਪਟ ਕੀਤਾ। ਨੈਕਸਟ ਹੈ ਜੀ ਨੈਕਸਟ ਹੈ ਆਪਣੇ ਕੋਲ 3 ਵਰਡ ਹੈ, ਸੋਸ਼ਲਿਸਟ, ਸੈਕੂਲਰ ਤੇ ਇੰਟੀਗ੍ਰਿਟੀ। ਇਹ ਜਦੋਂ ਕਨਸਟੀਟਿਊਸ਼ਨ ਬਣਿਆ ਸੀਗਾ ਜੀ ਉਦੋਂ ਇਹ 3 ਵਰਡ ਨਹੀਂ ਹੈਗੇ ਸੀ, ਆਪਾਂ ਬਾਅਦ ਵਿੱਚ ਐਡ ਕੀਤੇ ਆ। ਵਰ ਐਡਿਡ ਬਾਏ 42nd ਅਮੈਂਡਮੈਂਟ 1976। ਸਿੱਧਾ ਕੁਐਸਚਨ ਆਊਗਾ ਜੀ ਵੀ ਜਿਹੜਾ ਪ੍ਰੀਐਮਬਲ ਕਿੰਨੀ ਵਾਰ ਅਮੈਂਡ ਹੋਇਆ, ਥੱਲੇ ਆਪਸ਼ਨ ਹੋਣਗੀਆਂ 1 ਵਾਰੀ, 2 ਵਾਰੀ, 3 ਵਾਰੀ ਜਾਂ ਕਦੀ ਵੀ ਨਹੀਂ। ਤਾਂ ਤੁਹਾਡਾ ਆਨਸਰ ਹੋਏਗਾ ਜੀ ਸਿਰਫ 1 ਵਾਰੀ। ਜਿਹੜਾ ਅਮੈਂਡ ਦਾ ਮਤਲਬ ਕੀ ਹੁੰਦਾ ਚੇਂਜ ਕਰਨਾ। ਤੁਹਾਨੂੰ ਦੱਸਿਆ ਸੀ ਜਿਹੜਾ ਕਨਸਟੀਟਿਊਸ਼ਨ ਆਪਣਾ 1 ਵਾਰੀ ਬਣ ਗਿਆ ਉਹਦਾ 1950 ਦਾ ਬਣਿਆ ਹੋਇਆ, 1949 ਦਾ ਬਣਿਆ। ਹੁਣ ਕੀ ਹੈ ਬਾਅਦ 'ਚ ਉਹਦੇ 'ਚ ਚੇਂਜਿਸ ਹੁੰਦੀਆਂ ਰਹਿੰਦੀਆਂ, ਕੁਛ ਚੀਜ਼ਾਂ ਆਪਾਂ ਡਿਲੀਟ ਕਰਦੇ ਹਾਂ, ਕੁਛ ਚੀਜ਼ਾਂ ਆਪਾਂ ਐਡ ਕਰਦੇ ਹਾਂ, ਠੀਕ ਹੈ। ਤਾਂ ਉਹਨੂੰ ਕੀ ਕਹਿ ਦਿੰਦੇ ਆਪਾਂ ਜਿਹੜਾ ਅਮੈਂਡਮੈਂਟ। ਤੇ ਕਨਸਟੀਟਿਊਸ਼ਨ ਜਿਹੜਾ ਪ੍ਰੀਐਮਬਲ ਹੈ ਉਹਦੇ 'ਚ 3 ਵਰਡ ਐਡ ਕੀਤੇ ਗਏ ਸੀ, ਕਿਹੜੀ ਅਮੈਂਡਮੈਂਟ ਦੇ ਨਾਲ, 42ਵੀਂ ਅਮੈਂਡਮੈਂਟ ਦੇ ਨਾਲ 1976। ਮੋਸਟ ਇੰਪੋਰਟੈਂਟ ਕੁਐਸਚਨ। ਨੈਕਸਟ ਹੈ ਜੀ ਇਹਦੇ ਤੋਂ ਆਪਾਂ ਦੇਖਾਂਗੇ 2 ਕੇਸ ਸੀਗੇ, ਇੱਕ ਸੀਗਾ ਬੇਰੂਬਾਰੀ ਕੇਸ ਜੀ। ਇਹ ਕੁਐਸਚਨ ਤਾਂ ਹੋਊਗਾ ਜੇ ਪੇਪਰ ਬਹੁਤ ਹੀ ਸਟੈਂਡਰਡ ਦਾ ਹੋਊਗਾ, ਠੀਕ ਹੈ, ਪਰ ਤੁਹਾਨੂੰ ਆਉਂਦਾ ਹੋਊਗਾ, ਡੋਂਟ ਵਰੀ। ਕੇਸ਼ਵਾਨੰਦ ਭਾਰਤੀ ਕੇਸ, ਦਿਸ ਇਜ਼ 1973 ਐਂਡ ਦਿਸ ਇਜ਼ 1960। ਇਹ ਕੇਸ ਕੀ ਹੁੰਦੇ ਆ ਜੀ, ਦੇਖੋ ਜੀ ਸੁਪਰੀਮ ਕੋਰਟ ਆਉਂਦੀ ਜਜਮੈਂਟ ਸੁਣਾਉਂਦੀ ਰਹਿੰਦੀ ਹੈ। ਕੁਛ ਕੁ ਜਜਮੈਂਟ ਸੁਪਰੀਮ ਕੋਰਟ ਦੀਆਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ, ਉਹ ਹਿਸਟੋਰੀਕਲ ਜਜਮੈਂਟ ਬਣ ਜਾਂਦੀਆਂ, ਉਹਨੂੰ ਆਪਾਂ ਯੂਜ਼ ਕਰਦੇ ਹਾਂ ਆਪਾਂ ਪੜ੍ਹਨ ਦੇ ਲਈ। ਆਪਾਂ ਇੱਕ ਮਤਲਬ ਇੰਪੋਰਟੈਂਟ ਡਿਸੀਜਨ ਆਇਆ ਹੁੰਦਾ ਸੁਪਰੀਮ ਕੋਰਟ ਦਾ, ਤਾਂ ਉਹਦੇ ਵਿੱਚੋਂ ਹੀ ਜਿਹੜੀਆਂ ਇੱਕ ਇੰਪੋਰਟੈਂਟ ਹੈ ਬੇਰੂਬਾਰੀ ਕੇਸ ਤੇ ਕੇਸ਼ਵਾਨੰਦ ਭਾਰਤੀ ਕੇਸ। ਹੁਣ ਕੇਸ ਕੀ ਸੀ ਇਹ ਦੇਖੋ। ਬੇਰੂਬਾਰੀ ਕੇਸ ਦੇ ਵਿੱਚ ਸੁਪਰੀਮ ਕੋਰਟ ਦੀ ਜਜਮੈਂਟ ਸੀ ਵੀ ਪ੍ਰੀਐਮਬਲ ਇਜ਼ ਨੋਟ ਅ ਪਾਰਟ ਆਫ ਕਨਸਟੀਟਿਊਸ਼ਨ। ਪ੍ਰੀਐਮਬਲ ਜਿਹੜਾ ਪ੍ਰੀਐਮਬਲ ਆਪਾਂ ਸਟੱਡੀ ਕਰ ਰਹੇ ਹਾਂ ਹੁਣ, ਉਦੋਂ ਕਿਆ ਇਜ਼ ਨੋਟ ਅ ਪਾਰਟ, ਵੀ ਜਿਹੜਾ ਪ੍ਰਸਤਾਵਨਾ ਹੈ ਉਹ ਸੰਵਿਧਾਨ ਦਾ ਪਾਰਟ ਹੀ ਨਹੀਂ ਹੈਗੀ। ਨੈਕਸਟ 13 ਸਾਲਾਂ ਬਾਅਦ ਆਪਦੀ ਹੀ ਸਟੇਟਮੈਂਟ ਨੂੰ ਚੇਂਜ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਐਮਬਲ ਇਜ਼ ਵੈਰੀ ਮਚ ਪਾਰਟ ਆਫ ਕਨਸਟੀਟਿਊਸ਼ਨ। ਠੀਕ ਹੈ ਜੀ, ਤੁਸੀਂ ਯਾਦ ਕੀ ਰੱਖਣਾ ਹੈ। In which case it is said that preamble is a part of constitution, Keshwanand Bharti case, and in which judgment it has been said that preamble is not a part of constitution, Berubari case 1960। ठीक है, ये अपने केसेस सीगे। USA तो आप अडोप्ट किया, 3 वर्ड्स इन ऐड किए गए, ठीक है। दिस वाज ऑल अबाउट preamble।
एंड जो होर इदू भी स्टैंडर्ड का क्वेश्चन बनना होवे तो वो ये बनेगा जी आप पढ़िया नहीं, सोवरन, सोशलिस्ट, सैकुलर, डेमोक्रेटिक तो रिपब्लिक, इन्हों का ऑर्डर की है। ठीक है, तो तुम याद रखना है सोवरन, सोशलिस्ट, सैकुलर, डेमोक्रेटिक, रिपब्लिक, ये भी क्वेश्चन आया हुआ है। ठीक है, ये सी अपने को मोस्ट एक्सपैक्टेड 5 क्वेश्चन अंडर प्रैम्बल। ठीक है, प्रैम्बल की रीकैप लेने जी। प्रैम्बल की है अपने कॉन्स्टिट्यूशन की है स्टार्टिंग है, संविधान का एक इंडैक्स है, जिवें अपनी कापी का इंडैक्स होंगे, इहदे अपने कॉन्स्टिट्यूशन मेकर की सारी आइडियोलॉजी शामिल है भी इंडिया किवें दा होना चाहिए, तो इंडिया अपने सिटीजनस को की प्रोवाइड करेगा, आप देख लिया। ठीक है, उस तो बाद आप यूएसए तो अडोप्ट किया, सोशलिस्ट, सैकुलर, इंटीग्रेटिड 3 वर्ड्स इनके 22वीं अमेंडमेंट 1976 के ऐड किए। बेरूबारी केस के क्या गया, प्रैम्बल इज़ नॉट अ पार्ट ऑफ कॉन्स्टिट्यूशन। तो केशवानंद भारती केस क्या गया, प्रैम्बल इज़ वेरी मच पार्ट ऑफ कॉन्स्टिट्यूशन। सो दिस वाज ऑल अबाउट प्रैम्बल। नेक्स्ट विल स्टडी विद यूनियन, नोट कर लो। नैक्सट है जी पार्ट 1 स्टार्ट कर रहे हैं आप कॉन्स्टिट्यूशन का। जी पार्ट 1 की है, यूनियन एंड इट्स टेरिटरी। यूनियन एंड इट्स टेरिटरी पार्ट 1। इहदे च आपां देखांगे जी पार्ट 1 दे विच किहड़े-किहड़े आर्टिकल होंदे आ। आर्टिकल नंबर 1 तो लैके 4 तक किहड़े-किहड़े होंदे आ जी। आर्टिकल नंबर 1 तो लैके 4 तक चारे आर्टिकल डिस्कस करांगे सिर्फ 10 मिनट के टाइम च, डोंट वरी। ठीक है, सारे याद हो जाएंगे। आर्टिकल 1 की कहता है, आर्टिकल 1 समझने तो पहले एक स्टोरी सुनांगे। देखो जी, तुहानूं दस्सिया सी कॉन्स्टिट्यूएंट असैंबली ने अपना कॉन्स्टिट्यूशन बनाया। कॉन्स्टिट्यूएंट असैंबली दे विच एक लड़ाई होगी। लड़ाई की होगी अपने इंडिया के नाम नूं लैके। हुण कॉन्स्टिट्यूशन बन रहा किसी कंट्री के लिए, उहदा नाम ही फाइनलाइज नहीं हो पा रहा। उन्होंने नाम फाइनलाइज क्यों नहीं हो पा रहा, सम आर सेइंग कि अपनी जी कंट्री जिंदा आप कॉन्स्टिट्यूशन बना रहे हैं उहदा नाम इंडिया ही रहना चाहिए, एंड सम आर सेइंग दैट नेम शुड बी भारत। ठीक है, कई कहते भारत नाम होना चाहिए, कई कहते इंडिया नाम होना चाहिए। ठीक है, तो आर्टिकल 1 दे विच इन्हां दोनों की आइडियोलॉजी नूं वेखदे हुए आपां लिखिया इंडिया दैट इज भारत। इंडिया दैट इज भारत इज अ यूनियन ऑफ स्टेट्स, इज अ यूनियन ऑफ स्टेट्स। मतलब स्टेट की एक यूनियन है, उनका ही नाम की दिता गया जी इंडिया, उनका ही नाम की है जी भारत। दोवां की आइडियोलॉजी को की कर दिता गया, चेंज कर दिता गया। उन्हें पिछे जब PIL भी फाइल हुई सी भी इंडिया नाम आर्टिकल 1 चो कट देना चाहिए क्योंकि भारत नाम रखना चाहिए। ठीक है, तो भाजी उनका रिजल्ट नहीं आया। नैक्सट जी आर्टिकल 1 हो गया। नैक्सट आर्टिकल नंबर 2। आर्टिकल नंबर 2 की कहता है, स्टेट में पार्लियामेंट बाय लॉ पार्लियामेंट कैन एस्टैब्लिश और एडमिट अ न्यू स्टेट। देखो जी आप अपनी टैरेटरी दे विच इंडिया दे विच कोई होर फॉरन टैरेटरी दे विचों या मिल रहा है या कोई होर अपना एडमिट की है फॉरन लैंड नूं एडमिट करके, ठीक है, तो एक नवे स्टेट की क्रिएशन कर सकते हैं। ठीक है, ये कौन कर सकता है, पार्लीमेंट कर सकता है। पार्लीमेंट कैन एस्टैब्लिश और एडमिट न्यू स्टेट इन द यूनियन ऑफ इंडिया। ठीक है, भी अपनी टैरेटरी दे विच आपां कोई भी स्टेट की है एडमिट कर सकते हैं, एस्टैब्लिश कर सकते हैं। किंदी ड्यूटी है जी, ये कौन कर सकता है, पार्लीमेंट। हुण तुहानूं कोई पुछे पार्लीमेंट की हुंदा है, पार्लीमेंट की हुंदा सर, असीं तो पॉलिटी के 4 लैक्चर कर ले, पार्लीमेंट का तो पता ही नहीं। तो देखो जी पार्लीमेंट की हुंदा है, पार्लीमेंट आपां लोक सभा करते हैं, राज्य सभा करते हैं तो प्रेजिडेंट करते हैं। आप तिन्हों बारे पढ़ांगे, इन्हां तिन्हां दे मेल नूं की कह दिंदे आ, पार्लीमेंट। याद रखियो, सीधा क्वेश्चन आ जाएगा, वट इज पार्लीमेंट। ऑप्शन होंगे लोक सभा एंड राज्य सभा, लोक सभा प्रेजिडेंट, लोक सभा राज्य सभा प्रेजिडेंट। ऑप्शन हो जाएगी डी। पार्लीमेंट की हुंदा है जी, लोक सभा, राज्य सभा तो प्रेजिडेंट, तिन्हां दे समूह नूं की कहा जाता है, पार्लीमेंट। ठीक है,
ਤਾਂ ਪਾਰਲੀਮੈਂਟ ਕੈਨ ਐਸਟੈਬਲਿਸ਼ ਔਰ ਐਡਮਿਟ ਅ ਨਿਊ ਸਟੇਟ। ਹੌਲੀ ਹੌਲੀ ਕੰਸੈਪਟ ਕਲੀਅਰ ਹੁੰਦੇ ਰਹਿਣਗੇ, ਜਦੋਂ ਪੋਲਿਟੀ ਖਤਮ ਹੋ ਗਈ ਉਦੋਂ ਕੋਈ ਕੰਸੈਪਟ ਤੁਹਾਡਾ ਨਹੀਂ ਰਹੇਗਾ, ਠੀਕ ਹੈ, ਡੈਟਸ ਗਰੰਟੀ। ਹੁਣ ਤੁਹਾਨੂੰ ਇਹ ਵੀ ਡਾਊਟ ਹੋਏਗਾ ਕਿ ਪਾਰਲੀਮੈਂਟ 'ਚ 3 ਚੀਜ਼ਾਂ ਕਿਉਂ? ਕਿਉਂਕਿ ਦੇਖੋ ਕੋਈ ਵੀ ਜਦੋਂ ਬਿੱਲ ਹੈ, ਜਦੋਂ ਐਕਟ ਬਣਦਾ ਉਹਦੇ 'ਚ 3 ਚੀਜ਼ਾਂ ਚਾਹੀਦੀਆਂ, ਜ਼ਰੂਰੀ ਹੈ। ਮੰਨ ਲਓ ਕਿ ਇੱਕ ਬਿੱਲ ਹੈ ਆਪਣੇ ਕੋਲ, ਠੀਕ ਹੈ, ਹੁਣ ਲੋਕ ਸਭਾ 'ਚ ਪਾਸ ਹੋ ਗਿਆ, ਫਿਰ ਉਹ ਦੂਜੇ ਹਾਊਸ 'ਚ ਜਾਏਗਾ, ਰਾਜ ਸਭਾ 'ਚ ਪਾਸ ਹੋ ਜਾਏਗਾ। ਬਟ ਉਹ ਜਦੋਂ ਬਿੱਲ ਹੈ ਪ੍ਰੈਜ਼ੀਡੈਂਟ ਦੇ ਸਾਈਨ ਤੋਂ ਬਿਨਾਂ ਐਕਟ ਨਹੀਂ ਬਣ ਸਕਦਾ, ਕਾਨੂੰਨ ਨਹੀਂ ਬਣ ਸਕਦਾ। ਤਾਂ ਇਹਦਾ ਮਤਲਬ 3 ਜਣੇ ਆ ਗਏ ਆਪਣੇ ਪ੍ਰੋਸੈਸ ਦੇ ਵਿੱਚ। ਕੌਣ ਕੌਣ ਆ ਗਿਆ? ਲੋਕ ਸਭਾ ਆ ਗਿਆ, ਰਾਜ ਸਭਾ ਆ ਗਿਆ, ਪ੍ਰੈਜ਼ੀਡੈਂਟ ਆ ਗਿਆ। ਇਹਨਾਂ ਤਿੰਨਾਂ ਦੇ ਸਮੂਹ ਨੂੰ ਕੀ ਕਹਿ ਦਿੰਦੇ ਆ ਜੀ? ਪਾਰਲੀਮੈਂਟ ਕਹਿ ਦਿੰਦੇ ਆ। ਨੈਕਸਟ ਹੈ ਜੀ, ਪਾਰਲੀਮੈਂਟ ਕੈਨ ਐਸਟੈਬਲਿਸ਼ ਐਡਮਿਟ ਔਰ ਨਿਊ ਸਟੇਟ ਇਨ ਦੀ ਯੂਨੀਅਨ ਔਰ ਦੀ ਟੈਰੀਟਰੀ ਆਫ ਇੰਡੀਆ, ਆਰਟੀਕਲ 2। ਨੈਕਸਟ ਦੇਖਦੇ ਹਾਂ, ਹੁਣ ਤੁਹਾਨੂੰ ਸਟੋਰੀ ਵੀ ਸੁਣਾਉਂਦੇ ਹਾਂ ਫਿਰ ਇੰਟਰਸਟਿੰਗ ਜੀ। ਨੈਕਸਟ ਹੈ ਜੀ ਆਰਟੀਕਲ 3, ਬਟ ਤੁਸੀਂ ਸ਼ੇਅਰ ਨਹੀਂ ਕਰ ਰਹੇ, ਠੀਕ ਹੈ, ਸ਼ੇਅਰਿੰਗ ਤੁਹਾਡੇ ਸਾਈਡ ਤੋਂ ਬਹੁਤ ਜ਼ਿਆਦਾ ਸਲੋ ਹੈ, ਠੀਕ ਹੈ, ਤੁਹਾਡੀ ਮਰਜ਼ੀ ਹੈ, ਠੀਕ ਹੈ। ਆਰਟੀਕਲ ਨੰਬਰ 3, ਆਰਟੀਕਲ ਨੰਬਰ 3 ਕੀ ਕਹਿੰਦਾ ਹੈ? ਇੰਟਰਨਲ ਚੇਂਜਸ ਇਨ ਸਟੇਟਸ। ਦੇਖੋ ਜੀ, ਇੱਕ ਸਟੇਟ ਸੀ, ਉਥੋਂ 2 ਸਟੇਟ ਕੱਢ ਦਿੱਤੇ ਗਏ, ਠੀਕ ਹੈ। ਕਿਸੇ ਸਟੇਟ ਦਾ ਨਾਮ X ਸੀ, ਉਹਦਾ ਨਾਮ ਕੀ ਕਰ ਦਿੱਤਾ ਗਿਆ? Y ਕਰ ਦਿੱਤਾ ਗਿਆ, ਠੀਕ ਹੈ। ਹੁਣ ਜਦੋਂ ਇੱਕ ਸਟੇਟ ਨੂੰ 2 ਸਟੇਟ 'ਚ ਬਣਾਤਾ ਤਾਂ ਉਹਦਾ ਕੀ ਹੋ ਗਿਆ? ਉਹਦਾ ਏਰੀਆ ਵੀ ਚੇਂਜ ਹੋਇਆ, ਠੀਕ ਹੈ, ਉਹਦੀਆਂ ਬਾਊਂਡਰੀਜ਼ ਵੀ ਚੇਂਜ ਹੋਈਆਂ, ਠੀਕ ਹੈ। ਤਾਂ ਜੋ ਵੀ ਏਰੀਆ ਚੇਂਜ ਕਰਨਾ ਹੈ, ਬਾਉਂਡਰੀ ਚੇਂਜ ਕਰਨੀ ਹੈ, ਨਾਮ ਚੇਂਜ ਕਰਨਾ ਹੈ, ਕੋਈ ਵੀ ਇੰਟਰਨਲ ਚੇਂਜਸ ਕਰਨੇ ਆ ਆਲਰੇਡੀ ਐਸਟੈਬਲਿਸ਼ਡ ਸਟੇਟਸ ਦੇ, ਉਹ ਕਿੰਨੇ ਅੰਡਰ ਆ ਜਾਊਗਾ? ਆਰਟੀਕਲ ਨੰਬਰ 3। ਡਿਫਰੈਂਸ ਕੀ ਹੋ ਗਿਆ ਸਰ ਆਰਟੀਕਲ ਨੰਬਰ 2 ਤੇ 3 'ਚ? ਆਰਟੀਕਲ 2 'ਚ ਨਵਾਂ ਸਟੇਟ ਐਸਟੈਬਲਿਸ਼ ਕਰੋਗੇ, ਆਰਟੀਕਲ 3 'ਚ ਜਿਹੜੇ ਸਟੇਟ ਹੈਗੇ ਆ ਉਹਨਾਂ ਦੀ ਰੀਸਟਰਕਚਰਿੰਗ, ਠੀਕ ਹੈ, ਉਹਨੂੰ ਕੀ ਕਹਿ ਦਿੰਦੇ? ਆਰਟੀਕਲ ਨੰਬਰ 3। ਫॉर एग्जाम्पल क्वाइट रेलिवेंट एग्जाम्पल हेयर इज आंध्र प्रदेश एंड तेलंगाना, ठीक है। आंध्र प्रदेश एक स्टेट सी, उन्होंने 2 स्टेट के डिवाइड कर दिया गया, एक आंध्र प्रदेश एक तेलंगाना। तो दिस कम्स अंडर आर्टिकल नंबर 3। हुण आर्टिकल नंबर 4 समझने तो पहले एक छोटी जी स्टोरी, ठीक है, ये अक्सर मैं ये कंसैप्ट में समझाने लिए आही स्टोरी यूज़ करता है। तो देखो जी, अपने प्रेजिडेंट साहब फोन मिला रहे हैं कैप्टन साहब को, ठीक है, ਪ੍ਰੈਜ਼ੀਡੈਂਟ ਸਾਹਿਬ ਫੋਨ ਮਿਲਾ ਰਹੇ ਆ ਜੀ ਕੈਪਟਨ ਸਾਹਿਬ ਨੂੰ, ਤੇ ਉਹਨਾਂ ਨੂੰ ਕਹਿ ਰਹੇ ਆ ਵੀ ਹਾਂਜੀ ਅਸੀਂ ਤੁਹਾਡਾ ਨਾਮ ਚੇਂਜ ਕਰਨ ਬਾਰੇ ਸੋਚ ਰਹੇ ਹਾਂ। ਕੈਪਟਨ ਦਾ ਨਹੀਂ, ਪੰਜਾਬ ਦਾ ਨਾਮ ਚੇਂਜ ਕਰਨ ਬਾਰੇ ਸੋਚ ਰਹੇ ਹਾਂ ਕਿ ਅਸੀਂ ਤੁਹਾਡੀ ਡਿਵੈਲਪਮੈਂਟ ਤੋਂ ਬਹੁਤ ਖੁਸ਼ ਹਾਂ, ਠੀਕ ਹੈ। ਜਿਵੇਂ ਤੁਸੀਂ ਰੀਸੈਂਟਲੀ ਅਨਾਊਂਸ ਕਰਤਾ ਆਫਟਰ ਲੌਂਗ ਟਾਈਮ ਕਿ ਮੋਬਾਈਲ ਫੋਨਸ ਦਿੱਤੇ ਜਾਣਗੇ, ਚਲੋ ਹਜੇ ਦਿੱਤੇ ਨਹੀਂ ਗਏ, ਮੋਬਾਈਲ ਫੋਨ ਸਾਰਿਆਂ ਕੋਲ ਆ ਗਏ, ਠੀਕ ਹੈ। ਤੁਹਾਡੇ ਕਾਊਂਟਰ ਪਾਰਟਸ ਨੇ ਜਿਹੜੀਆਂ ਪਾਣੀ ਤੇ ਬੱਸਾਂ ਚਲਾਤੀਆਂ, ਠੀਕ ਹੈ, ਘਰ ਘਰ ਨੌਕਰੀ ਪਹੁੰਚ ਗਈ। ਤਾਂ ਵੀ ਆਰ ਵੈਰੀ ਹੈਪੀ ਟੂ ਸੀ ਦ ਡਿਵੈਲਪਮੈਂਟ ਆਫ ਪੰਜਾਬ, ठीक है, ही बहुत खुश हुए, मतलब सेंटर इज़ क्वाइट हैप्पी विद स्टेट ऑफ पंजाब, ठीक है। तो तुहाडे पंजाब का नाम असीं चेंज करन लगे हैं उड़ता पंजाब, ठीक है जी, की उड़ता पंजाब। तो वो कहते कैप्टन साहब कहते ठीक है जी, उड़ता पंजाब रखोगे, चलो। हुण प्रेजिडेंट ने फोन मिलाया, मतलब फोन तो नहीं, चलो फोन तो क्या उन्होंने कैप्टन साहब को भी असीं तुहाडा नाम चेंज कर रहे हैं। कैप्टन साहब अगों यस करन नो करन हार्डली मैटर्स, ठीक है। इत्थों आपां की सिੱਖਿਆ कि जोड़ा प्रेजिडेंट है, सब तो पहला जो इंटरनल चेंजिस करनी है तो की होएगा? प्रेजिडेंट रैकमेंड करेगा उस चीज़ को, उन्होंने स्टेट लैजिसलेचर के भेजा जाएगा जिस स्टेट का नाम चेंज होना या इंटरनल स्ट्रक्चरिंग होनी है। पहला प्रेजिडेंट ने भेजा, रैकमेंड किया, फिर स्टेट को आ गया, मतलब कैप्टन साहब को फोन आया, मतलब स्टेट को आ गया। तो स्टेट के की होया, वो डिस्कस किया जाएगा असैंबली के भी हाँ जी की अपना उड़ता पंजाब नाम सही है। चलो जी, अपने 117 विचों 50 जने ने कहता नहीं सही, 67 जने ने कहता सही है, ठीक है। तो भावें उन्होंने नैक्स मतलब वो बने भी एक मुद्दे ते होण भी नाम रखना कि नहीं, वो मैटर ही नहीं करता, क्योंकि कैप्टन चाहे यस लिखे चाहे नो लिखे, करने मर्जी कितनी चलनी है जी? प्रेजिडेंट की चलनी है। इतों आप ये सीखा भी जो भी किसी स्टेट का नाम चेंज होना है तो प्रेजिडेंट रैकमेंड करेगा उस स्टेट में भी असीं तुहाडा नाम चेंज करन लगे हैं। जो स्टेट कहता भी असीं नाम नहीं चेंज कराउणा तां भी हो जाएगा, जो कहता कर दो तो तां भी हो जाएगा। मतलब की है, स्टेट की इहदे विच नहीं सुनी जाती। कोई भी इंटरनल स्ट्रक्चरिंग करनी है, ठीक है, कोई भी न्यू स्टेट एस्टैबलिश करना है, ये सिर्फ किंदी ड्यूटी है जी? ये पार्लीमेंट की ड्यूटी है। पार्लीमेंट के भी सब तो पहला किंदी अप्रूवल चाहिए है जी? प्रेजिडेंट की अप्रूवल चाहिए है। हुण आर्टिकल नंबर 4 आपां नूं समझ आ जाएगा इस स्टोरी तो बाद। हुण देखो वो कहता भी कुछ भी आर्टिकल 2 तो आर्टिकल 3, पहले आर्टिकल नंबर 4 लिख लीए। होप इस स्टोरी के नाल तुहानूं समझ आ गया आर्टिकल 3 किस चीज़ बारे है।
नेक्स्ट इज आर्टिकल 4। आर्टिकल 4 कहंदा अमेंडमेंट इन आर्टिकल 2 and 3 does not come under आर्टिकल 368। नवा कंसैप्ट आ गया जी सर, आर्टिकल 368 कित्थों आ गया? तो आर्टिकल 368 दी की हुंदा देखो जी, अपने कॉन्स्टिट्यूशन दे विच तीन तरह दियां मजोरिटी हुंदियां। एक हुंदी सिंपल मजोरिटी, एक हुंदी है स्पैशल मजोरिटी, एक हुंदी है एब्सोल्यूट मजोरिटी। तो जिहड़ी अपने को आर्टिकल 368 है ना, हुण अमेंडमेंट देखो जी, पहला सुन लो, अमेंडमेंट है मतलब चेंज करना है कॉन्स्टिट्यूशन दे विच, ठीक है। वो तीन तरीके नाल हो सकता है, ठीक है। एक तो सिंपल मजोरिटी मतलब की है, जे आप एक छोटी जी एग्जाम्पल लेने, मैं क्लास अटेंड कर रहा, ठीक है, मेरे को 20 बच्चे बैठे अगे, मतलब 20 बच्चे मेरी क्लास है, तो टॉपिक ये है भी क्लास ऑनलाइन रखनी चाहिए है कि ऑफलाइन रखनी चाहिए है, ठीक है। हुण 20 के विचों 11 जने ने मैनू कहता भी हाँ जी भी क्लास की है ऑनलाइन रखनी चाहिए है। तो जे सिंपल मजोरिटी की गल करिए तो सिंपल मजोरिटी नाल मता पास हो गया। मतलब की है सिंपल मजोरिटी दे विच जे आपां गल करते हैं सिंपल मजोरिटी दे विच तां जे वोटां 50% प्लस 1 हो जाण तां ये मता पास हो जाता है। नैक्सट है जी स्पैशल मजोरिटी। स्पैशल मजोरिटी च की हुंदा है 2/3 ऑफ टोटल, 2/3 ऑफ टोटल, ये की है 50% प्रेजेंट, ठीक है। ये होंगी स्पैशल मजोरिटी। जी आ चीज़ होगी 2/3 ऑफ टोटल मैंबर कह, मान लो 30 मैंबर है, जो 20 जने 30 मैंबर है टोटल, जो 20 जने कह तो स्पैशल मजोरिटी नाल पास हो जाएगा। तो एब्सोल्यूट मजोरिटी च की हुंदा जी, इहदे नाल आपां जे अपने फॉर एग्जाम्पल 50% प्लस 1 स्टेट्स तो भी आपां नूं की है मंजूरी लैनी पैंदी, मतलब अद्धे तो ज़्यादा जो स्टेट उस चीज़ लिए हामी भरनगे तो वो चीज़ होगी। वो चीज़ हुई सी GST का जो अपना एक्ट आया सीगा, GST बिल आया सीगा, उदों सारे स्टेटां नूं पुछया गया सीगा, ते जदों जे अद्धे स्टेट प्लस 1 मतलब जे 15 स्टेट हाँ कर देंदे सी 29 स्टेट्स के विचों, तो अपना की है वो की हो जाना सी मता पास हो जाता है, ठीक है। वो एब्सोल्यूट मजोरिटी हुंदी है। आपां इत्थे गल करदे हैं सिंपल मजोरिटी का मतलब की है जी, मान लो 20 स्टूडेंट है, उनके अपने को 12 जने आए हैं, ठीक है, 12 जने आए, 12 प्रेजेंट है, तो 12 जनिया 50% 6 प्लस 1 7, मतलब 20 टोटल बच्चे सीगे, तो 7 ने जे हाँ करती सिंपल मजोरिटी नाल पास हो गया। इहदे च नहीं हुंदा, इहदे च की होगा जे अपने को 30 बच्चे है तो पहला 2/30 बच्चे है तो 25 आए है मान लो, पर 25 नहीं वेखणगे, इत्थे टोटल वेखणगे, उनका 2/3 करनगे 20, 25 दे विचों 20 नूं हाँ कहनी पैनी, फिर मता पास होएगा, ठीक है। दिस इज सिंपल मजोरिटी, दिस इज स्पैशल मजोरिटी। तो जी आ स्पैशल मजोरिटी है ना, ये किंदे अंडर आउंदी है जी, आर्टिकल 368 के अंदर आउंदी है। तो अपना आर्टिकल नंबर 4 की कहता है, कहता अमेंडमेंट है जी आर्टिकल 2 तो आर्टिकल 3 की, वो आर्टिकल 368 च नहीं आएगी, मतलब वो मता पास होने के लिए स्पैशल मजोरिटी नहीं चाहिए। किहड़ी मजोरिटी चाहिए है जी? सिंपल मजोरिटी चाहिए है। मतलब की है जी कि जिहड़ा पार्लीमेंट दे विच सिंपल मजोरिटी नाल 50% जिहड़े प्रेजेंट है +1 का मता पास करके कोई नवा स्टेट एस्टैबलिश किया जा सकता है, तो इंटरनल चेंजिस कीतियां जा सकदियां, उहदे लई स्पैशल मजोरिटी की जरूरत नहीं हैगी। होप मैं तुहानूं बहुत ही सिंपल तरीके नाल क्लीयर करता, अदरवाइज बहुत डिफिकल्ट पॉइंट है। जे हजे भी नहीं समझ आया तो प्लीज़ कमेंट्स दे विच लिखना, आप अगली बारी आर्टिकल नंबर 4 जरूर रिपीट करांगे किसी क्लास दे विच। इस तो बाद जिहड़ा अपना बहुत वधिया टॉपिक है जी सिटीजनशिप, नागरिकता की गल करांगे भी अपने देश दे विच किवें नागरिकता मिली, किवें मिल सकती है, किवें खोई जा सकती है, ठीक है। बहुत इंटरस्टिंग सैशन होएगा, वो भी करना, ठीक है, ज्वाइन। मैं तुहानूं फिर दस रहा कि पॉलिटी 2 3 4 क्वेश्चनस लई ना पढ़ो, पॉलिटी नूं इंजॉय करो, पॉलिटी तुहाडे आसे पासे घूमनी चाहिए है, ठीक है, सो डैट तुसीं अग्गों वड्डे पेपरां लई जे तैयार करना है तो मैनूं लगदा है तुहाडा बेस क्लीयर कर देगी। फॉर एग्जाम्पल तुसीं UPSC PCS लई जाना चाहुंदे हो, PCS ते तां चलो 80% PCS दी तां कवर ही हो जाएगी, क्वेश्चन ही इत्थों आउणगे, बट फिर भी 20% होर बुक्स भी पढ़नियां पैंदियां नाल, ठीक है। बट ये तुहाडा बेस बहुत स्ट्रोंग रखेगी, डैट्स आई कैन गारंटी। तो जे बाकी पेपर है कोई भी 1 डे एग्जाम PPSC का विदाउट एक्सैप्ट PCS, तो दिस इज़ मोर दैन इनफ, ठीक है। कली यह कर जोगे तो इहदे चों ही क्वेश्चन आउणगे, कोई बुक पढ़न की लोड़ नहीं। बाकी तुसीं नाल लूसेंट जे कर रहे हो, मतलब लूसेंट तो नाल कर रहे हो तो डैट इज़ अ गुड आइडिया, ठीक है। ओके, थैंक यू वेरी मच।